ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ ਪਿਆਰਿਓ, ਇਸ ਤਰੀਕੇ ਨਾਲ ਆਪਾਂ ਸਾਰੇ ਹੀ ਮਨ ਬੱਚਿਆਂ ਨੇ ਇਹ ਮਨ ਨੂੰ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਦਰ ਤੇ ਬਿਠਾਣਾ ਹੈ। ਜਿਵੇਂ ਜਿਵੇਂ ਇਹ ਹਉਮੈ ਤੋਂ ਰਹਿਤ ਹੁੰਦਿਆ ਜਾਊਗਾ, ਵਿਚਾਰਾਂ ਤੋਂ ਰਹਿਤ ਹੁੰਦਿਆ ਜਾਊਗਾ, ਗੁਰਮੁਖ ਪਿਆਰਿਓ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਦਰ ਤੇ ਬੈਠਣਾ ਸਿੱਖ ਜੂਗਾ। ਅਕਾਲ ਪੁਰਖ ਪ੍ਰਮਾਤਮਾ ਜੀ ਤੋਂ ਪ੍ਰੇਮ ਕਰਨਾ ਸਿੱਖ ਜੂਗਾ। ਜਿਵੇਂ ਇਹਦੇ ਹਿਰਦੇ ਦੇ ਵਿੱਚੋਂ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਚੇਤਾ ਯਾਦ ਵਿਸਰੀ ਹੋਈ ਆ, ਜਦੋਂ ਇਹ ਸਵਾਸ ਗਿਰਾਸ ਸਵਾਸ ਉਸ ਅਕਾਲ ਪੁਰਖ ਪ੍ਰਮਾਤਮਾ ਜੀ ਨੂੰ ਥਿਆਊਗਾ, ਉਹਦਾ ਚੇਤਾ ਕਰੂਗਾ ਤੇ ਗੁਰਮੁਖ ਪਿਆਰਿਓ ਹਉਮੈ ਵਿਸਰ ਜਾਊਗੀ। ਮਹਾਰਾਜ ਭੇਜਦੇ ਰਹੇ ਕਹਿੰਦੇ ਜਿੰਨੀ ਦੇਰ ਹਉਮੈ ਨਹੀਂ ਜਾਂਦੀ, ਹਉਮੈ ਦੇ ਵਿੱਚ ਕੀਤਾ ਹੋਇਆ ਦਾਨ ਪੁੰਨ ਕਿਰਿਆ ਕਲਾਪ ਅਡੰਬਰ ਪਾਠ, ਹਉਮੈ ਦੇ ਵਿੱਚੋਂ ਕਿੰਨਾ ਵੀ ਕੀਤਾ ਹੋਇਆ ਕੁਛ ਵੀ, ਭਾਵੇਂ ਉਹ ਕਿਹੜੀ ਵੀ ਕਿਰਿਆ ਹੈ, ਮਹਾਰਾਜ ਕਹਿੰਦੇ ਉਹ ਵਰਥਾ ਹੈ। ਉਹਦੇ ਰਾਹੀਂ ਮਾਲਿਕ ਦੇ ਨੇੜੇ ਨਹੀਂ ਹੋਇਆ ਜਾ ਸਕਦਾ। ਉਹਦੇ ਰਾਹੀਂ ਮਾਲਿਕ ਦੇ ਨੇੜੇ ਨਹੀਂ ਹੋਇਆ ਜਾ ਸਕਦਾ। ਮਹਾਰਾਜ ਗੁਰਬਾਣੀ ਗੁਰੂ ਦੇ ਵਿੱਚੋਂ ਫਰਮਾਨ ਕਰਦੇ, ਹਉਮੈ ਕਰਤ ਭੇਕ ਨਹੀਂ ਜਾਣਿਆ, ਗੁਰਮੁਖ ਭਗਤ ਬਿਰਲੇ ਮਨ ਮਾਨਿਆ। ਹਉ ਹਉ ਕਰਤ ਨਹੀਂ ਸਚ ਪਾਈਐ, ਹਉਮੈ ਜਾਈ ਪਰਮ ਪਦ ਪਾਈਐ। ਗੁਰਮੁਖ ਪਿਆਰਿਓ, ਜਿੰਨੀ ਦੇਰ ਹਉਮੈ ਦੇ ਵਿੱਚੋਂ, ਇਹ ਵਿਕਾਰਾਂ ਦੇ ਵਿੱਚੋਂ, ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਸੰਗ ਕਰਦਿਆਂ ਹੋਇਆਂ ਮਨ ਬੱਚਾ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਖੋਜ ਕਰਨੀ ਚਾਹਵੇ, ਮਿਲਾਪ ਕਰਨਾ ਚਾਹਵੇ, ਉਹਦਾ ਨਾਮ ਪ੍ਰਾਪਤ ਕਰਨਾ ਚਾਹਵੇ, ਗੁਰਮੁਖ ਪਿਆਰਿਓ ਮਹਾਰਾਜ ਭੇਜ ਦਿੰਨੇ, ਹਉ ਹਉ ਕਰਤ ਨਹੀਂ ਸਚ ਪਾਈਏ, ਹਉਮੈ ਜਾਈ ਪਰਮ ਪਦ ਪਾਈਏ। ਕਹਿੰਦੇ ਹਉਮੈ ਜੇ ਚਲੀ ਗਈ ਤੇ ਫੇਰ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਨੇੜੇ ਮਨ ਹੋ ਸਕਦਾ ਹੈ। ਜਿੰਨੀ ਦੇਰ ਹਉਮੈ ਨਹੀਂ ਜਾਂਦੀ, ਇਹ ਮਨ ਬੱਚਾ ਨੀਵਾਂ ਨਹੀਂ ਹੁੰਦਾ। ਅਕਾਲ ਪੁਰਖ ਪ੍ਰਮਾਤਮਾ ਜੀ ਦੇ ਚਰਨਾਂ ਦੇ ਵਿੱਚੋਂ ਅਨਹਦ ਸ਼ਬਦ ਮਾਲਿਕ ਦੇ ਚਰਨ ਹੈ। ਜਿੰਨੀ ਦੇਰ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਦਰ ਤੇ ਜਾ ਕੇ ਨਹੀਂ ਬੈਠਦਾ, ਮਿੰਨਤਾਂ ਜੋਦੜੀਆਂ ਨਹੀਂ ਕਰਦਾ, ਓਨੀ ਦੇਰ ਗੁਰਮੁਖ ਪਿਆਰਿਓ ਇਹ ਮਾਲਿਕ ਦੀ ਦਾਤ, ਜਿਹੜੀ ਸਭ ਤੋਂ ਉੱਤਮ ਦਾਤ ਹੈ, ਉਹ ਨਾਮ ਰਤਨ, ਜਿਹਦਾ ਵਿਛੋੜਾ ਹੋਣ ਕਰਕੇ ਇਹਨੂੰ ਜਨਮ ਮਰਨ ਦਾ ਰੋਗ ਲੱਗਿਆ ਹੋਇਆ ਹੈ, ਉਹ ਦਾਤ ਪ੍ਰਾਪਤ ਤਬ ਹੀ ਹੋਊਗੀ ਜਦੋਂ ਹਉਮੈ ਵਿਸਰ ਜਾਊਗੀ। ਹਉਮੈ ਨਾਮ ਨਾਲ ਵਿਰੋਧ ਹੈ, ਇਹ ਵਿਰੋਧੀ ਆਪਸ ਦੇ ਵਿੱਚ। ਭਾਵੇਂ ਆਪਾਂ ਕਿੰਨਾ ਵੀ ਸੰਸਾਰਿਕ ਤੌਰ ਤੋਂ, ਭਾਵੇਂ ਕੋਈ ਵੀ ਕੁਛ ਵੀ ਕਿਸੇ ਵੀ ਤਰੀਕੇ ਦਾ ਮਨ ਜੀਵ ਕਰਦਾ ਚਲੇ, ਲੇਕਿਨ ਜਿੰਨੀ ਦੇਰ ਹਿਰਦੇ ਤੋਂ ਚਿੱਤ ਤੋਂ ਹਉਮੈ ਨਹੀਂ ਜਾਂਦੀ, ਮਹਾਰਾਜ ਭੇਜਦੇ ਨੇ, ਉਨੀ ਦੇਰ ਅਕਾਲ ਪੁਰਖ ਪਰਮਾਤਮਾ ਜੀ ਦੀ ਯਾਦ, ਅਕਾਲ ਪੁਰਖ ਪਰਮਾਤਮਾ ਜੀ ਦਾ ਸ਼ਬਦ ਹਿਰਦੇ ਦੇ ਵਿੱਚੋਂ ਨਹੀਂ ਵਸ ਸਕਦਾ। ਉਨੀ ਦੇਰ ਮਨ ਬੱਚਾ ਅੰਮ੍ਰਿਤ ਰਸ ਨਹੀਂ ਪੀ ਸਕਦਾ। ਜੇ ਅੰਮ੍ਰਿਤ ਰਸ ਪੀਣਾ ਹੈ ਤੇ ਇਹ ਹਉਮੈ ਤੋਂ ਉੱਪਰ ਉੱਠਣਾ ਪਊਗਾ, ਔਰ ਹਉਮੈ ਤੋਂ ਰਹਿਤ ਸਾਧ ਸੰਗਤ ਦੇ ਵਿੱਚੋਂ ਵਾਹਿਗੁਰੂ ਗੁਰੂ ਮੰਤਰ ਨੂੰ ਦ੍ਰਿੜ ਕਰਦਿਆਂ ਹੋਇਆਂ, ਮਹਾਰਾਜ ਦੀ ਬਾਣੀ ਨੂੰ ਸਤ ਸਤ ਕਰਕੇ ਮੰਨਦਿਆਂ ਹੋਇਆਂ ਹੀ ਹਉਮੈ ਜਾ ਸਕਦੀ ਆ। ਇਸ ਕਰਕੇ ਆਪਾਂ ਸਾਰੇ ਜੀਵ ਬਹੁਤ ਬਹੁਤ ਬਡਭਾਗੀ ਹੈ, ਜਿਨ੍ਹਾਂ ਨੂੰ ਮਹਾਰਾਜ ਦੀ ਸੰਗਤ ਮਿਲੀ ਆ। ਗੁਰੂ ਸਾਹਿਬਾਨ ਭਗਤ ਸਾਹਿਬਾਨ ਆਪਾਂ ਨੂੰ ਵਾਰ-ਵਾਰ ਇੱਕ ਹੀ ਭੇਦ ਦੇ ਰਹੇ, ਇਹ ਹਉਮੈ ਨੂੰ ਵਿਸਾਰ ਦੋ, ਇਹ ਹਉਮੈ ਨੂੰ ਵਿਸਾਰ ਦੋ। ਜਿਹੜਾ ਹਉਮੈ ਦਾ ਅੰਦਰ ਰੋਗ ਹੈ, ਇੱਕ ਕੰਡਾ ਹੈ, ਇਹਨੂੰ ਸ਼ਬਦ ਦੇ ਰਾਹੀਂ ਦ੍ਰਿੜ ਕਰਦਿਆਂ ਹੋਇਆਂ ਇਹਨੂੰ ਬਾਹਰ ਕੱਢ ਦੋ। ਜੇ ਅੰਮ੍ਰਿਤ ਰਸ ਪੀਣਾ ਚਾਹੁੰਦੇ ਹੋ ਤੇ ਇਹੋ ਜਿਹਾ ਮੰਥਨ ਕਰੋ, ਸ਼ਬਦ ਦੇ ਰਾਹੀਂ, ਜਿਹੜਾ ਆਪਾਂ ਗੁਰਮੰਤਰ ਦ੍ਰਿੜ ਕਰਦੇ ਹਾਂ ਗੁਰਮੁਖ ਪਿਆਰਿਓ, ਏਦਾਂ ਹੀ ਸੁਣ ਦੇ ਵਿੱਚੋਂ ਜਾ ਕੇ ਸ਼ਬਦ ਦੇ ਰਾਹੀਂ ਵੀ
ਕਿਉਂਕਿ ਸੱਚ ਤੇ ਮਾਇਆ ਇਕੱਠੇ ਹੀ ਰਮੇ ਹੋਏ ਹੈ। ਇਹ ਸੁਣ ਦੇ ਵਿੱਚੋਂ ਜਾ ਕੇ ਵੀ ਸ਼ਬਦ ਦੇ ਰਾਹੀਂ ਅੰਮ੍ਰਿਤ ਰਸ ਕੱਢ ਕੇ ਪੀਆ ਜਾ ਸਕਦਾ ਹੈ। ਕਿਉਂਕਿ ਅੰਮ੍ਰਿਤ ਰਸ ਇਹ ਜਿਹੜਾ ਨਾਮ ਹੈ, ਇਹਦੇ ਵਿੱਚ ਹੀ ਉਹ ਸਾਰੇ ਖਜ਼ਾਨੇ ਆਪ ਅਕਾਲ ਪੁਰਖ ਪਰਮਾਤਮਾ ਜੀ ਨੇ ਮਨ ਵਾਸਤੇ ਰੱਖੇ ਹੋਏ ਆ। ਲੇਕਿਨ ਜਿਹੜਾ ਮਨ ਬੱਚਾ ਤ੍ਰੈ ਗੁਣਾ ਦੇ ਵਿੱਚ ਬਹਿ ਕੇ, ਵਿਕਾਰਾਂ ਦੇ ਵਿੱਚ ਬਹਿ ਕੇ, ਇਹ ਰਜੋ ਤਮੋ ਸਤੋ ਦੀਆਂ ਹਟਾਵਾਂ ਤੋਂ ਵਿਆਪਾਰ ਕਰਦਿਆਂ ਹੋਇਆਂ ਉਸ ਅਨਮੋਲ ਖਜ਼ਾਨੇ ਨੂੰ ਖੋਜਣ ਦੀ ਕੋਸ਼ਿਸ਼ ਕਰਦਾ, ਗੁਰਮੁਖ ਪਿਆਰਿਓ ਮਹਾਰਾਜ ਭੇਜਦੇ ਨੇ, ਉਹ ਸੁਖ ਨੂੰ ਪ੍ਰਾਪਤ ਨਹੀਂ ਹੋ ਸਕਦਾ ਜਿੰਨੀ ਦੇਰ ਹਉਮੈ ਤੋਂ ਰਹਿਤ ਨਹੀਂ ਹੁੰਦਾ। ਮਹਾਰਾਜ ਗੁਰਬਾਣੀ ਦੇ ਵਿੱਚ ਭੇਜਦੇ ਨੇ, ਕਹਿੰਦੇ ਹਉਮੈ ਕਰ ਰਾਜੇ ਬਹੁ ਧਿਆਵੈ, ਹਉਮੈ ਖਪੈ ਜਨਮ ਮਰ ਆਵੈ, ਹਉਮੈ ਨਿਰਵੈਰ ਗੁਰੂ ਸ਼ਬਦ ਵਿਚਾਰੈ, ਚੰਚਲ ਮਤ ਤਿਆਗੈ ਪੰਚ ਸੰਘਾਰੈ, ਅੰਤਰ ਸਾਚ ਸਹਿਜ ਘਰ ਆਵੈ, ਰਾਜਨ ਜਾਣ ਪਰਮ ਗਤ ਪਾਵੈ। ਕਹਿੰਦੇ ਜੇ ਆ ਮਨ ਬੱਚਾ, ਜੇ ਆਹ ਮਨ ਬੱਚਾ ਗੁਰਮੁਖ ਪਿਆਰਿਓ ਸ਼ਬਦ ਦੇ ਰਾਹੀਂ, ਜਿਹੜਾ ਸ਼ਬਦ ਆਪਾਂ ਸਾਧ ਸੰਗਤ ਦੇ ਵਿੱਚ ਬਹਿ ਕੇ ਦ੍ਰਿੜ ਕਰਦੇ ਹਾਂ, ਜੇ ਆਪਾਂ ਇਹਨੂੰ ਪਰਿਵਾਰ ਦੇ ਵਿੱਚੋਂ ਬੈਠ ਕੇ ਵੱਧ ਤੋਂ ਵੱਧ ਜੁਗਤੀ ਵਿਧੀ ਦੇ ਰਾਹੀਂ ਦ੍ਰਿੜ ਕਰਾਂਗੇ, ਗੁਰਮੁਖ ਪਿਆਰਿਓ ਛੇਤੀ ਹੀ ਆਪਾਂ ਹਉਮੈ ਤੋਂ ਰਹਿਤ ਹੋ ਜਾਏਂਗੇ। ਕਿਉਂਕਿ ਸੰਗਤ ਨੂੰ ਅਕਾਲ ਪੁਰਖ ਪਰਮਾਤਮਾ ਜੀ ਨੇ ਬਹੁਤ ਵਡਿਆਈ ਦਿੱਤੀ ਆ, ਬਹੁਤ ਵਡਿਆਈ ਦਿੱਤੀ ਆ। ਜਦੋਂ ਸਾਧ ਸੰਗਤ ਦੇ ਵਿੱਚ ਬੈਠ ਕੇ ਜੀਵ ਆ ਕੇ ਅਕਾਲ ਪੁਰਖ ਪਰਮਾਤਮਾ ਜੀ ਦਾ ਚੇਤਾ ਕਰਦਾ, ਤੇ ਗੁਰਮੁਖ ਪਿਆਰਿਓ ਸਾਧ ਸੰਗਤ ਦੇ ਵਿੱਚ ਆਪ ਅਕਾਲ ਪੁਰਖ ਪਰਮਾਤਮਾ ਜੀ ਹਾਜ਼ਰ ਨਾਜ਼ਰ ਹੁੰਦੇ ਹਨ। ਸੰਗਤ ਮਾਲਿਕ ਦਾ ਰੂਪ ਹੈ, ਗੁਰੂ ਦਾ ਰੂਪ ਹੈ। ਲੇਕਿਨ ਜਿਹੜਾ ਹਿਰਦੇ ਕਰਕੇ ਮੰਨ ਲੈਂਦਾ ਹੈ, ਅੰਦਰ ਤੇ ਮੰਨ ਲੈਂਦਾ ਹੈ, ਉਹਦੀ ਹਉਮੈ ਟੁੱਟ ਜਾਂਦੀ ਆ, ਉਹ ਲੋਕ ਲੱਜਾ ਤੋਂ ਉੱਪਰ ਉੱਠ ਜਾਂਦਾ ਹੈ। ਕਈ ਵਾਰ ਪਰਿਵਾਰਾਂ ਦੇ ਵਿੱਚ ਰਹਿੰਦਿਆਂ ਹੋਇਆਂ ਜੀਵ ਲੋਕ ਲੱਜਾ ਦੇ ਵਿੱਚ ਬਹਿ ਕੇ ਨਾਮ ਦ੍ਰਿੜ ਨਹੀਂ ਕਰਦਾ, ਨਾਮ ਦ੍ਰਿੜ ਨਹੀਂ ਕਰਦਾ। ਜਿੱਦਾਂ ਮਹਾਰਾਜ ਨੇ ਭੇਜ ਦਿੱਤਾ, ਉੱਚੀ ਬੋਲ ਕੇ ਦ੍ਰਿੜ ਕਰੋ, ਉਹ ਨਹੀਂ, ਉਹ ਵੀ ਦ੍ਰਿੜ ਨਹੀਂ ਕਰ ਪਾਉਂਦਾ ਵੀ ਇੰਨੀ ਕੀ ਆਵਾਜ਼ ਦੇ ਵਿੱਚੋਂ ਦ੍ਰਿੜ ਕਰੂੰਗਾ। ਲੇਕਿਨ ਗੁਰਮੁਖ ਪਿਆਰਿਓ ਮਹਾਰਾਜ ਭੇਜਦੇ ਨੇ, ਲਾਜ ਮਰੈ ਜੋ ਨਾਮ ਨਾ ਲੈਵੈ, ਨਾਮ ਵਿਹੋਣ ਸੁਖੀ ਕਿਉ ਸੋਵੈ। ਕਹਿੰਦੇ ਉਹਨੂੰ ਲਾਜ ਨਾਲ ਮਰ ਜਾਣਾ ਚਾਹੀਦਾ ਹੈ, ਜਿਹੜਾ ਨਾਮ ਨਹੀਂ ਦ੍ਰਿੜ ਕਰਦਾ, ਜਿਹਨੂੰ ਨਾਮ ਦਾ ਭੇਦ ਨਹੀਂ ਹੈ, ਜਿਹੜਾ ਅਕਾਲ ਪੁਰਖ ਪਰਮਾਤਮਾ ਜੀ ਦਾ ਚੇਤਾ ਨਹੀਂ ਕਰਦਾ, ਕਹਿੰਦੇ ਉਹਨੂੰ ਲਾਜ ਆਣੀ ਚਾਹੀਦੀ ਹੈ। ਕਹਿੰਦੇ ਜਿਹੜੇ ਅਕਾਲ ਪੁਰਖ ਪਰਮਾਤਮਾ ਜੀ ਨੂੰ ਧਿਆਨੇ ਹੋ, ਉਹਨਾਂ ਨੂੰ ਕੋਈ ਲਾਜ ਨਹੀਂ। ਅਕਾਲ ਪੁਰਖ ਆਪਣੇ ਪਿਓ ਨੂੰ, ਅਕਾਲ ਪੁਰਖ ਪਰਮਾਤਮਾ ਜੀ ਨੂੰ ਬੁਲਾਣੇ ਦੇ ਵਿੱਚ ਕੋਈ ਲੋਕ ਲੱਜਾ ਨਹੀਂ। ਆਪਾਂ ਏਦਾਂ ਬੁਲਾਓ, ਆਪਾਂ ਕਿਸੇ ਸਾਂਸਾਰਿਕ ਜੀਵ ਨੂੰ ਨਹੀਂ ਬੁਲਾ ਰਹੇ, ਕਿਸੇ ਸਾਂਸਾਰਿਕ ਜੀਵ ਨੂੰ ਨਹੀਂ ਤਿਆਰ ਰਹੇ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੀ ਉਸ ਅਗੰਮ ਅਵਿਨਾਸ਼ੀ ਅਕਾਲ ਪੁਰਖ ਪਰਮਾਤਮਾ ਜੀ ਨੂੰ ਤਿਆਰ ਰਹੇ, ਉਹਦਾ ਚੇਤਾ ਕਰ ਰਹੇ ਹਨ। ਤੇ ਉਹਨੂੰ ਕਿਵੇਂ ਬੁਲਾਓ, ਕਹਿੰਦੇ ਐ ਖੁੱਲ ਕੇ ਬੁਲਾਓ। ਜੇ ਉਹ ਤੋਂ ਮਿਲਾਪ ਚਾਹੁੰਦੇ ਆਪਾਂ ਤੇ ਉਹਦੇ ਲਈ ਬਰਾਗ ਕਰੋ, ਉਹਦੀ ਮਿੰਨਤਾਂ ਜੋਦੜੀਆਂ ਕਰੋ, ਉਹਨੂੰ ਹਰ ਸਮੇਂ ਬੁਲਾਓ। ਸੰਸਾਰ ਨੂੰ ਭੁੱਲ ਜਾਓ, ਉਹਨੂੰ ਬੁਲਾਣਾ ਨਾ ਭੁੱਲੋ, ਏਦਾਂ ਬੁਲਾਓ ਉਹਨੂੰ। ਜਦੋਂ ਤੱਕ ਮਿਲਾਪ ਨਹੀਂ ਹੋ ਜਾਂਦਾ ਤਬ ਤੱਕ ਬੁਲਾਈ ਜਾਓ, ਕਿਉਂਕਿ ਇਹੀ ਸਾਡਾ ਸਭ ਤੋਂ ਪਹਿਲਾ ਕਾਰਜ ਹੈ। ਇਹਨੂੰ ਹੀ ਕਰਨ ਆਪਾਂ ਇਸ ਸੰਸਾਰ ਦੇ ਵਿੱਚੋਂ ਆਏ ਹਾਂ। ਗੁਰਮੁਖ ਪਿਆਰਿਓ, ਇਹ ਮਨ ਬਹੁਤ ਚੰਚਲ ਹੈ, ਇਹਨੂੰ ਮਹਾਰਾਜ ਰੋਜ਼ ਭੇਦ ਦਿੰਦੇ ਆ, ਫੇਰ ਭੁੱਲ ਜਾਂਦਾ, ਇਹਨੂੰ ਰੋਜ਼ ਭੇਦ ਦਿੰਦੇ ਆ, ਫੇਰ ਭੁੱਲ ਜਾਂਦਾ। ਕਿੰਨੇ ਜਾਣ ਬੂਝ ਕੇ ਬਾਬਰੋ ਕਾਜ ਵਿਗਾੜੇ, ਕਹਿੰਦੇ ਆਪਣੇ ਹੱਥੀ ਆਪਣਾ ਕਾਰਜ ਵਿਗਾੜ ਲੈਂਦਾ। ਆਪਾਂ ਨਿਤਨੇਮ ਦੇ ਵਿੱਚੋਂ ਹਰ ਰੋਜ਼ ਮਹਾਰਾਜ ਆਪਾਂ ਨੂੰ ਸਿੱਖਿਆ ਦਿੰਦੇ ਆ, ਆਪਾਂ ਰੋਜ਼ ਮਹਾਰਾਜ ਤੋਂ ਪੁੱਛਦੇ, ਰੋਜ਼ ਆਪਾਂ ਨੂੰ ਗਿਆਨ ਦੇ ਨੇ ਵੀ ਏਦਾਂ ਵਿਚਰ, ਮਾਲਿਕ ਨੂੰ ਪ੍ਰੇਮ ਕਰ, ਮੋਹ ਮਾਇਆ ਨੂੰ ਛੱਡ ਦੇ। ਲੇਕਿਨ ਮਨ ਨਹੀਂ ਛੱਡਦਾ। ਤੇ ਗੁਰਮੁਖ ਪਿਆਰਿਓ, ਇਹ ਸਾਧ ਸੰਗਤ ਦੇ ਵਿੱਚੋਂ ਆ ਕੇ ਮਨ ਬੱਚੇ ਤੇ ਕਿਰਪਾ ਹੁੰਦੀ ਆ। ਪਰਿਵਾਰਾਂ ਦੇ ਵਿੱਚੋਂ ਜਦੋਂ ਜੀਵ ਰਹਿੰਦਾ ਹੈ,
ਉਹ ਦ੍ਰਿਸ਼ਟਮਾਨ ਪਰਿਵਾਰਾਂ ਦੀ, ਆਸ ਪੜੋਸ ਦੀ, ਬਹੁਤ ਸਾਰੀ ਇਹੋ ਜਿਹੇ ਬੰਧਨ ਜਿਨ੍ਹਾਂ ਦੇ ਕਰਕੇ ਕਿ ਉਹ ਅਕਾਲ ਪੁਰਖ ਪਰਮਾਤਮਾ ਜੀ ਨੂੰ ਇੱਕ ਬਾਉਂਡੇਸ਼ਨ ਦੇ ਵਿੱਚ ਰਹਿੰਦੇ ਹੋਇਆ ਯਾਦ ਕਰਦਾ ਹੈ। ਲੇਕਿਨ ਗੁਰਮੁਖ ਪਿਆਰੋ, ਤਨ ਤੇ ਦਾ ਬਾਉਂਡੇਸ਼ਨ ਦ੍ਰਿਸ਼ਟਮਾਨ ਰੂਪ ਚ ਲਾਈ ਜਾ ਸਕਦੀ ਆ, ਇੱਕ ਵਿਚਾਰ ਆਪਾਂ ਕਰਦੇ ਸਹਿਜ ਸੁਭਾਈ, ਲੇਕਿਨ ਮਨ ਤੇ ਤਾਂ ਸਾਂਸਾਰਿਕ ਤੌਰ ਤੇ ਕੋਈ ਬਾਉਂਡੇਸ਼ਨ ਲਾ ਹੀ ਨਹੀਂ ਸਕਦਾ, ਕੋਈ ਬੰਦਿਸ਼ ਨਹੀਂ ਲਾ ਸਕਦਾ। ਜਿਹਦਾ ਹਿਰਦਾ ਹੈ ਅਕਾਲ ਪੁਰਖ ਪਰਮਾਤਮਾ ਜੀ ਨੂੰ ਯਾਦ ਕਰਨ ਦੇ ਲਈ ਤਿਆਰ, ਜਿਹਦਾ ਚਿੱਤ ਹੈ, ਜਿਹਦਾ ਆਪ ਦਾ ਮਨ ਅਕਾਲ ਪੁਰਖ ਪਰਮਾਤਮਾ ਜੀ ਤੋਂ ਮਿਲਾਪ ਕਰਨਾ ਚਾਹੁੰਦਾ, ਉਹਨੂੰ ਸੰਸਾਰ ਦੇ ਵਿੱਚੋਂ ਕੋਈ ਨਹੀਂ ਰੋਕ ਸਕਦਾ। ਉਹਨੂੰ ਕੋਈ ਨਹੀਂ ਰੋਕ ਸਕਦਾ। ਉਹਦੇ ਲਈ ਅਕਾਲ ਪੁਰਖ ਪਰਮਾਤਮਾ ਆਪ ਹਾਜ਼ਰ ਨਾਜ਼ਰ ਹੁੰਦੇ ਹੈ। ਇਸ ਕਰਕੇ ਜਦੋਂ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਇਹ ਇੱਕ ਘੁੱਟਣ ਜੀ ਆਵਾਜ਼, ਕਈ ਪਰਿਵਾਰਾਂ ਦੇ ਵਿੱਚੋਂ ਏਦਾਂ ਦੀ ਪ੍ਰੋਬਲਮ ਕਿ ਖੁੱਲ ਕੇ ਸਿਮਰਨ ਨਹੀਂ ਕਰ ਸਕਦੇ, ਬੋਲ ਕੇ ਸਿਮਰਨ ਨਹੀਂ ਕਰ ਸਕਦੇ। ਇਹ ਕਾਲ ਦਾ ਪਹਿਰਾ ਹੈ, ਇਹ ਕਾਲ ਦਾ ਪਹਿਰਾ ਹੈ। ਅਕਾਲ ਪੁਰਖ ਪਰਮਾਤਮਾ ਜੀ ਦੀ ਕਿਰਪਾ ਦੇ ਅਨੁਸਾਰ, ਸਮੇਂ ਦੇ ਅਨੁਸਾਰ ਇਹ ਆਪ ਹੀ ਹਟ ਜਾਊਗਾ, ਹੌਲੀ ਹੌਲੀ ਆਪ ਹੀ ਹਟ ਜਾਊਗਾ। ਜਿੰਨੀ ਜ਼ਿਆਦਾ ਸ਼ਬਦ ਦੀ ਕਮਾਈ ਸੰਸਾਰ ਦੇ ਵਿੱਚ ਜੀਵ ਕਰੇਂਗੇ, ਕਾਲ ਦਾ ਪਹਿਰਾ ਘਟ ਜਾਊਗਾ। ਇਹ ਕਾਲ ਨਹੀਂ ਚਾਹੁੰਦਾ ਕਿ ਸੱਚ ਨੂੰ ਧਿਆਇਆ ਜਾਵੇ, ਇਹ ਕਾਲ ਨਹੀਂ ਚਾਹੁੰਦਾ, ਕਿਉਂਕਿ ਕਲਯੁਗ ਲੱਗਿਆ ਹੋਇਆ ਹੈ। ਕਲਯੁਗ ਦੇ ਵਿੱਚ, ਕਲਯੁਗ ਕਿਵੇਂ ਲਗਾ, ਕਹਿੰਦੇ ਜਬ ਜੀਵਾਂ ਨੇ ਇਹ ਕਾਲ ਦੀਆਂ ਹਟਾਵਾਂ ਤੋਂ ਵਪਾਰ ਇੰਨਾ ਕੀਤਾ ਕਿ ਸੱਚ ਨੂੰ ਭੁੱਲ ਗਏ, ਆਪਣੇ ਮੂਲ ਨੂੰ ਭੁੱਲ ਗਏ, ਅਕਾਲ ਪੁਰਖ ਪਰਮਾਤਮਾ ਜੀ ਨੂੰ ਭੁੱਲ ਗਏ, ਤੇ ਕਲਯੁਗ ਘੋਰ ਕਲਯੁਗ ਲੱਗ ਗਿਆ। ਮਨ ਇਹ ਦ੍ਰਿਸ਼ਟਮਾਨ ਰਸਾ ਕਸਾ ਦਾ ਇੰਨਾ ਭੋਗੀ ਹੋ ਗਿਆ ਕਿ ਅੰਮ੍ਰਿਤ ਰਸ ਨੂੰ ਭੁੱਲ ਗਿਆ, ਅਨਹਦ ਸ਼ਬਦ ਨੂੰ ਭੁੱਲ ਗਿਆ, ਅਕਾਲ ਪੁਰਖ ਪਰਮਾਤਮਾ ਜੀ ਨੂੰ ਭੁੱਲ ਗਿਆ, ਸੱਚ ਨੂੰ ਭੁੱਲ ਗਿਆ। ਇਹੋ ਜਿਹੀ ਅਵਸਥਾ ਦੇ ਵਿੱਚ ਚਲਿਆ ਗਿਆ ਕਿ ਸੱਚ ਦੀ ਪਹਿਚਾਨ ਵੀ ਭੁੱਲ ਗਿਆ, ਹੁਕਮ ਦੀ, ਨਾਮ ਦੀ ਪਹਿਚਾਨ ਵੀ ਭੁੱਲ ਗਿਆ। ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਆਖਰੀ ਸ਼ਬਦਾਂ ਨੂੰ ਨਾਮ ਸਮਝਣ ਲੱਗਾ। ਇਹ ਦ੍ਰਿਸ਼ਟਮਾਨ ਤੋਂ ਜੁੜ ਕੇ ਸਾਰੀਆਂ ਦਾਤਾਂ ਅਕਾਲ ਪੁਰਖ ਪਰਮਾਤਮਾ ਜੀ ਦੀ ਵੀ ਦ੍ਰਿਸ਼ਟਮਾਨ ਮੰਨਣ ਲਗਾ। ਅਕਾਲ ਪੁਰਖ ਪਰਮਾਤਮਾ ਜੀ ਦਾ ਵੀ ਆਕਾਰ ਤਿਆਰ ਕਰ ਲਿਆ। ਸਾਰਾ ਕੁਝ ਦ੍ਰਿਸ਼ਟਮਾਨ ਦੇ ਸਾਥ ਜੁੜ ਕੇ ਸਭ ਕੁਝ ਦ੍ਰਿਸ਼ਟਮਾਨ ਬਣਾ ਲਿਆ। ਲੇਕਿਨ ਮਹਾਰਾਜ ਭੇਜਦੇ ਨੇ ਇਹ ਕਾਲ ਦੀ ਪੂਜਾ ਕਰਨ ਲਗਾ, ਕਾਲ ਦੀ ਪੂਜਾ ਕਰਨ ਲਗਾ। ਅਕਾਲ ਪੁਰਖ ਪਰਮਾਤਮਾ ਜੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਭੇਜਦੇ ਨੇ, ਉਹ ਤਾਂ ਨਿਰਾਕਾਰ ਹੈ, ਉਹਦਾ ਤਾਂ ਨਾਮ ਵੀ ਨਿਰੰਜਨ ਹੈ। ਉਹਨੂੰ ਸੰਸਾਰ ਦੇ ਵਿੱਚ ਕਿੱਥੇ ਖੋਜਿਆ ਜਾ ਸਕਦਾ ਹੈ? ਕਹਿੰਦੇ ਆਪ ਦੇ ਵਿੱਚ ਖੋਜੋ, ਜਿਹੜਾ ਰੂਪ ਰੰਗ ਰੇਖ ਪੇਖ ਤੋਂ ਪਰੇ ਹੈ, ਆਕਾਰਾਂ ਤੋਂ ਪਰੇ ਹੈ, ਉਹਨੂੰ ਆਪ ਦੇ ਵਿੱਚ ਖੋਜੋ, ਸਾਡੇ ਵਿੱਚ ਹੈ ਉਹ। ਤੋ ਜਿੰਨਾ ਜ਼ਿਆਦਾ ਗੁਰਮੰਤਰ ਦ੍ਰਿੜ ਕੀਤਾ ਜਾਊਗਾ ਸੰਸਾਰ ਦੇ ਵਿੱਚੋਂ, ਕਿਉਂਕਿ ਤ੍ਰੈ ਗੁਣ ਕਾਲ ਦੀ ਪਾਵਰ ਹੈ, ਜਿਨ੍ਹਾਂ ਦੀ ਕਮਾਈ ਮਨ ਬੱਚਾ ਨੇ ਬਹੁਤੀ ਕਰ ਲਈ। ਹੁਣ ਜਿੰਨੀ ਦੇਰ ਮਨ ਬੱਚੇ ਸਦੋ ਗੁਣੀ ਹਟ ਤੋਂ ਵਿਚਰਦਿਆਂ ਹੋਇਆਂ ਚੌਥੇ ਪਦ ਦੇ ਵਿੱਚ ਜਾ ਕੇ ਨਹੀਂ ਬੰਦੇ, ਭਗਤੀ ਕਰਨੀ ਨਹੀਂ ਸ਼ੁਰੂ ਕਰਦੇ, ਸਤਜੁਗ ਉਨੀ ਦੇਰ ਨਹੀਂ ਲੱਗਦਾ। ਜਿੰਨਾ ਜ਼ਿਆਦਾ, ਜਿੱਦਾਂ ਕਿ ਹੁਣ ਸਤਜੁਗ ਲੱਗ ਗਿਆ, ਕਿਉਂਕਿ ਨਾਮ ਪ੍ਰਗਟ ਹੋ ਗਿਆ, ਸੱਚ ਦਾ ਯੁਗ। ਨਾਮ ਕੀ ਆ? ਨਾਮ ਨਿਰੰਜਨ ਹੈ, ਅਕਾਲ ਪੁਰਖ ਪਰਮਾਤਮਾ ਜੀ ਦੀ ਦਾਤ ਹੈ, ਜਿਹੜਾ ਪ੍ਰਗਟ ਹੋਇਆ ਹੈ ਕਲਯੁਗ ਦੇ ਵਿੱਚ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਕਹਿੰਦੇ ਕਲਯੁਗ ਦੇ ਵਿੱਚ ਕੀਰਤਨ ਨੂੰ ਪ੍ਰਧਾਨਗੀ ਦਿੱਤੀ ਗਈ, ਇਹ ਨਾਮ ਨੂੰ, ਕਿਉਂਕਿ ਇਹਦੇ ਵਿੱਚ ਇਹਨੂੰ ਹੀ ਕੀਰਤਨ ਕਿਹਾ ਗਿਆ, ਇਹਦੇ ਵਿੱਚ ਹੀ ਘਨੇਰੇ ਸ਼ਬਦ ਹੈ ਜਿਹੜੇ ਇਕੱਠੇ ਅਕਾਲ ਪੁਰਖ ਪਰਮਾਤਮਾ ਜੀ ਦੇ ਦਰ ਤੇ ਚੱਲ ਰਹੇ, ਇਹਨੂੰ ਕੀਰਤਨ ਕਿਹਾ ਹੈ। ਇਹ ਹੈ ਜਿਹੜਾ ਅਨਦਿਨ ਕੀਰਤਨ ਚੱਲਦਾ ਹੈ, ਇਹਨੂੰ ਪ੍ਰਧਾਨਗੀ ਦਿੱਤੀ। ਇਸ ਕਰਕੇ ਗੁਰਮੁਖ ਪਿਆਰਿਓ, ਜਿੰਨੇ ਜੀਵ ਪ੍ਰੇਮ ਦੇ ਵਿੱਚੋਂ ਪਰਿਵਾਰ ਦੇ ਵਿੱਚ ਬਹਿ ਕੇ ਵਾਹਿਗੁਰੂ ਗੁਰਮੰਤਰ ਦ੍ਰਿੜ ਕਰੇਂਗੇ, ਮਹਾਰਾਜ ਦੀ ਬਾਣੀ ਨੂੰ ਬੁੱਝेंगे, ਮਹਾਰਾਜ ਦੀ ਬਾਣੀ ਨੂੰ ਸਤ ਸਤ ਕਰਕੇ ਮੰਨੇंगे, ਪੜ੍ਹेंगे ਨਹੀਂ। ਮਹਾਰਾਜ ਕਹ ਰਹੇ ਬੁੱਝेंगे ਤੇ ਬੁੱਝ ਕੇ ਮਨਨ ਕरेंगे, ਉਹਨੂੰ ਹੰਡਾएंगे, ਉਹ ਬਿਰਲੇ ਹੋਏਂਗੇ।
ਇਹ ਪੰਜਾਂ ਤੋਂ, ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਅਹੰਕਾਰ ਤੋਂ ਜਿਹੜੇ ਉੱਪਰ ਉਠेंगे, ਇਹਨਾਂ ਤੋਂ ਫਤਿਹ ਪਾएंगे। ਇਹਨਾਂ ਤੋਂ ਫਤਿਹ ਪਾਉਣ ਦਾ ਇੱਕ ਹੀ ਤਰੀਕਾ ਹੈ, वो है सिमरन। ਇਹ ਗਿਆਨ ਇੰਦਰੀਆਂ ਜਿਹੜੀਆਂ ਕੰਟਰੋਲ ਦੇ ਵਿੱਚ ਕੀਤੀਆਂ ਹੋਈਆਂ ਹੈ, ਇਹ ਕਾਲ ਨੇ, ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਅਹੰਕਾਰ ਨੇ। ਇਹ ਖੇਡ ਨੂੰ ਅੰਦਰ ਜਾ ਕੇ ਸਮਝੋ। ਇਹ ਨੇਤਰ, ਇਹ ਰਸਨਾ, ਇਹ ਕੰਨ, ਇਹ ਜੀਵਾ, ਇਹ ਸਾਰੀਆਂ ਕੰਟਰੋਲ ਕੀਤਾ ਹੋਈਆਂ ਹੈ ਕਾਲ ਨੇ। ਇਹਨਾਂ ਨੂੰ ਸ਼ਬਦ ਦੇ ਰਾਹੀਂ ਡਿਊਟੀ ਲਾਓ ਔਰ ਏਦਾਂ ਦਾ ਸਿਮਰਨ ਕਰੋ, ਏਦਾਂ ਦਾ ਸਿਮਰਨ ਕਰੋ ਕਿ ਇਹ ਹਟਾਵਾ ਦੇ ਗਰਭ ਦੇ ਵਿੱਚੋਂ, ਤ੍ਰੈਗੁਣਾ ਦੇ ਗਰਭ ਦੇ ਵਿੱਚੋਂ ਜਿਹੜਾ ਜੀਵ ਮਨ ਗਿਆ ਹੋਇਆ, ਇਹਨੂੰ ਬਾਹਰ ਚੱਕ ਕੇ ਲਾਓ। ਸਿਮਰ 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 ਗੁਰੂ ਆਪਣਾ, ਸੋਇਆ ਮਨ ਜਗਾਈ, ਇਹਨੂੰ ਜਗਾਓ। ਏਦਾਂ ਸਿਮਰਨ ਕਰੋ। ਰਸਨਾ ਤੋਂ ਬੋਲੋ, ਕੰਨਾਂ ਤੇ ਸੁਣੋ ਤੇ ਨੇਤਰਾਂ ਤੇ ਦੇਖੋ। ਕਿੱਥੇ? ਇੱਥੇ ਸਾਹਮਣੇ, ਸਾਹਮਣੇ ਸਾਡਾ ਇਹ ਸਾਰਾ ਏਰੀਆ ਜਿੱਥੇ ਸਾਨੂੰ ਨਜ਼ਰ ਆਉਂਦਾ ਹੈ, ਇਹ ਅਨਹਦ ਇਲਾਕਾ ਸ਼ੁਰੂ ਹੋ ਜਾਂਦਾ ਹੈ ਗੁਰਮੁਖ ਪਿਆਰਿਓ। ਲੇਕਿਨ ਜਿੰਨੀ ਦੇਰ ਵਿੱਚ ਤੇ ਕਾਲ ਨਹੀਂ ਹਟਦਾ, ਜਿੰਨੀ ਦੇਰ ਵਿੱਚ ਤੇ ਕੋੜ ਦੀ ਪਾਲ ਨਹੀਂ ਟੁੱਟਦੀ, ਉਨੀ ਦੇਰ ਮਨ ਬੱਚਾ ਸੱਚ ਦੇ ਸਨਮੁਖ ਨਹੀਂ ਹੋ ਪਾਉਂਦਾ। ਤੇ ਇਹਨੂੰ ਆਪਾਂ ਤੋੜੋ। ਜਿਹੜੇ ਬੱਜਰ ਕਪਾਟ ਹੈ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਇਹਨੂੰ ਤੋੜੋ। ਇਹ ਕੰਨਾਂ ਦੀ ਆਪ ਮਨ ਬੱਚੇ ਨੂੰ ਜਦੋਂ ਪ੍ਰੈਕਟੀਕਲ ਹੋਊਗਾ, ਉਹਨੂੰ ਆਪ ਪਤਾ ਲੱਗ ਜਾਊਗਾ, ਮੇਰੇ ਨੇਤਰ, ਮੇਰੇ ਕੰਨ, ਮੇਰੀ ਰਸਨਾ ਹੁਣ ਸੱਚ ਦਾ, ਸੱਚ ਦੀ ਵਡਿਆਈ ਕਰ ਰਹੀ ਆ, ਸੱਚ ਨੂੰ ਧਿਆ ਰਹੀ ਆ। ਇਹ ਮਾਇਆ ਦੀ ਜਿਹੜੇ ਤ੍ਰੈ ਗੁਣਾ ਦਾ ਤੇ ਕੰਟਰੋਲ ਥਾ, ਉਹ ਹੁਣ ਹਟ ਗਿਆ। ਰਸਨਾ ਬਿਨਾ ਬੋਲੇ ਬੋਲ ਰਹੀ ਹੈ, ਵਾਹ ਗੁਰੂ। ਕੰਨਾਂ ਦੇ ਵਿੱਚੋਂ ਬਿਨਾ ਆਪ ਸੁਣਨੇ ਦੀ ਕਿਰਿਆ ਕਰਕੇ ਆਪ ਸਹਿਜ ਸੁਭਾਈ ਅਨਹਦ ਸੁਣ ਰਿਹਾ ਹੈ। ਤੇ ਹੁਣ ਇਹ ਸੱਚ ਦੀ ਡਿਊਟੀ ਤੇ ਲੱਗ ਗਈਆਂ ਗਿਆਨ ਇੰਦਰੀਆਂ। ਇਹ ਨੇਤਰ ਨਿਰਾਕਾਰ ਨੂੰ ਦੇਖਣ ਤੋਂ ਪਹਿਲੇ, ਆਕਾਰ ਨੂੰ ਦੇਖਣ ਤੇ ਪਹਿਲੇ ਨਿਰਾਕਾਰ ਨੂੰ ਵੇਖ ਰਹੀਆਂ, ਸਮਦ੍ਰਿਸ਼ਟ ਹੋ ਗਏ ਨੇਤਰ। ਤੇ ਹੁਣ ਇਹਨਾਂ ਦੀ ਡਿਊਟੀ ਉਦਾਂ ਲੱਗ ਗਈ ਜਿਵੇਂ ਮਹਾਰਾਜ ਭੇਦ ਦੇ ਰਹੇ ਹਨ। ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਾਂ ਨੂੰ ਗੁਰੂ ਮਹਾਰਾਜ ਆਪਾਂ ਨੂੰ ਭੇਦ ਦੇ ਰਹੇ ਨਾ, ਕਹਿੰਦੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਕਹਿੰਦੇ ਕੀ ਕਰਮ ਕੀਤਾ ਤੈਨੇ ਸੰਸਾਰ ਦੇ ਵਿੱਚ ਆ ਕੇ? ਸੱਚ ਨੂੰ ਸੁਣਿਆ ਨਹੀਂ, ਸੱਚ ਨੂੰ ਦੇਖਿਆ ਨਹੀਂ, ਇਹ ਰਸਨਾ ਤੋਂ ਸੱਚ ਨੂੰ ਧਿਆਇਆ ਨਹੀਂ, ਅੰਮ੍ਰਿਤ ਰਸ ਪੀਆ ਨਹੀਂ, ਅਨਹਦ ਸੁਣਾ ਨਹੀਂ। ਕਹਿੰਦੇ ਵਿਖ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਸਾਰਾ ਧਨ ਐਵੇਂ ਹੀ ਖਰਚ ਕਰ ਦਿਆ। ਵਿਖ, ਇਹ ਮਾਇਆ ਮਿੱਟੀ ਨੂੰ, ਇਹ ਗੰਦਗੀ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਅਸੀਂ ਸਾਰਾ ਕੁਝ ਦੇਖਦੇ ਹਾਂ। ਕਿੰਨੀ ਵੀ ਦ੍ਰਿਸ਼ਟਮਾਨ ਚੀਜ਼ਾਂ, ਕਿੰਨੀ ਵੀ ਦੇਖਣੇ ਦੇ ਵਿੱਚ ਸੁੰਦਰ ਕਿਉਂ ਨਾ ਹੋ, ਇੱਕ ਸਮੇਂ ਤੇ ਜਾ ਕੇ ਉਹ ਵਿਖ ਕੂੜ ਹੈ। ਸਾਡੇ ਨੇਤਰਾਂ ਦੇ ਸਾਹਮਣੇ ਉਹ ਕੂੜ ਬਣ ਜਾਂਦਾ ਹੈ। ਲੇਕਿਨ ਇਹ ਨੇਤਰ ਉਸ ਮਾਇਆ ਨੂੰ, ਇਹ ਸਭ ਕੁਝ ਮਾਇਆ ਪਈ ਹੈ, ਇਸ ਮਾਇਆ ਨੂੰ ਦੇਖ ਕੇ आनंद मनते हैं। क्या तो कितना अच्छा है, या तो ये चीज कितनी अच्छी है, आ कितना अच्छा, आ कितना सुंदर है। कहने वो सुंदर वो नहीं है, वो माया है। माया समय के साथ अपने आप खत्म हो जाऊगी। फिर उपजै निपजै निपज समाई, कहने उपज रही है, निपज रही है। परिवार दे परिवार, हर चीज दे परिवार है। ये उत्भुज है या ਜੀਵ ਹੈ ਜਿਹੜੇ ਅੰਡਜ ਜੇਰਜ ਸੇਤਜ ਕੀਨੀ ਉਤਵਜ ਖਾਨ ਬਹੁ ਰਚ ਦੀਨੀ। ਕਹਿੰਦੇ ਜਿਹੜੀਆਂ ਚਾਰ ਖਾਣੀਆਂ ਹੈ, ਇਹਨਾਂ ਦੇ ਵਿੱਚੋਂ ਪਰਿਵਾਰ ਦੇ ਪਰਿਵਾਰ ਬੰਦੇ ਹੈ, ਉਪਜਦੇ ਹੈ ਤੇ ਨਿਪਜ ਜਾਂਦੇ ਹੈ। ਤੇ ਇਹਨਾਂ ਨੂੰ ਮਨ ਸੱਚ ਕਰਕੇ ਮਨ ਬੈਠਾ ਹੋਇਆ ਹੈ। ਆਪਾਂ ਉਤਭੁਜ ਤੇ ਕਿੰਨੀ ਬਨਸਪਤੀ ਹੈ ਇਹਦੇ ਵਿੱਚ, ਤੇ ਕਿੰਨਾ ਕੁਛ ਇਹ ਜੀਵ ਆਪ ਦੇ ਲਈ ਲੈਂਦਾ ਹੈ। ਲੇਕਿਨ ਹਰ ਰੁੱਤ ਦੇ ਵਿੱਚ, ਹਰ ਮੌਸਮ ਦੇ ਵਿੱਚ ਕੁਛ ਨਵਾਂ ਉਗਦਾ ਹੈ। ਸਮੇਂ ਸਿਰ ਉਹ ਨਿਪਜ ਵੀ ਜਾਂਦਾ ਹੈ, ਲੇਕਿਨ ਫਿਰ ਵੀ ਅਸੀਂ ਉਹਨੂੰ ਸੱਚ ਮੰਨ ਰਹੇ ਹਾਂ। ਤੇ ਮਹਾਰਾਜ ਭੇਜਦੇ ਨੇ, ਕਹਿੰਦੇ ਉਪਜੈ ਨਿਪਜੈ ਨਿਪਜ ਸਮਾਈ, ਨੈਣੋ ਦੇਖੀ ਇਹ ਜਗ ਜਾਈ। ਲਾਜ ਮਰੋ ਕਹੋ ਘਰ ਮੇਰਾ, ਅੰਤ ਕੀ ਵਾਰ ਨਹੀਂ ਕਿਛ ਤੇਰਾ। ਕਹਿੰਦੇ ਤੈਨੂੰ ਲਾਜ ਨਾਲ ਮਰ ਜਾਣਾ ਚਾਹੀਦਾ। ਜਦੋਂ ਕਹਿਣਾ ਇਹ ਸਾਰੀਆਂ ਚੀਜ਼ਾਂ ਨੂੰ ਇਹ ਮਨ ਕਹਿੰਦਾ ਹੈ ਗੁਰਮੁਖ ਪਿਆਰਿਓ, ਇਹ ਮਨ ਨੇ ਮੰਨਿਆ ਹੋਇਆ ਹੈ। ਸਾਰੀ ਮਾਇਆਵੀ ਚੀਜ਼ ਨੂੰ ਆਪਣੀ ਆਪਣੀ ਕਰਕੇ ਮੰਨਦਾ ਹੈ। ਇਹ ਮੇਰੀ ਆ, ਇਹ ਮੇਰਾ ਘਰ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰੀ ਪੈਸੇ ਹੈ, ਇਹ ਮੇਰੀ ਜੋਬ ਹੈ, ਮੇਰੀ ਪ੍ਰੋਪਰਟੀ ਹੈ,
ਬਹੁਤ ਸਾਰਾ ਕੁਝ ਇਹ ਮੇਰਾ ਹੈ। ਮਹਾਰਾਜ ਬੇਦੇ ਇੱਥੇ ਹੀ ਭੁਲੇਖਾ ਹੈ। ਜਿਹੜੀ ਚੀਜ਼ ਤੇਰੀ ਅੱਖਾਂ ਦੇ ਸਾਹਮਣੇ ਨਾਸਵਾਨ ਹੋ ਰਹੀ ਹੈ ਉਹ ਮੇਰੀ ਹੋ ਹੀ ਨਹੀਂ ਸਕਦੀ। ਇਹ ਸਾਡੀ ਮੇਰੀ ਮੈਂ ਨੂੰ ਦੇਣਾ ਹੀ ਹਉਮੈ ਨੂੰ ਖਤਮ ਕਰਨਾ ਹੈ। ਇਹ ਮੈਂ ਹੀ ਤਾਂ ਨਹੀਂ ਛੁੱਟਦੀ। ਮੈਂ ਇਹਨੂੰ ਕਿਹਾ ਗਿਆ ਹੈ ਸ਼ਬਦ ਦੇ ਰਾਹੀਂ ਮੈਨੂੰ ਮਾਰ ਦੋ। ਗੁਰਮੰਤਰ ਦੇ ਰਾਹੀਂ, ਸ਼ਬਦ ਦੇ ਰਾਹੀਂ, ਗੁਰਮੰਤਰ ਦੇ ਰਾਹੀਂ ਮੈਨੂੰ ਹੀ ਮਾਰ ਰਹੇ ਹਾਂ ਅਸੀਂ। ਇਹ ਮੈਂ ਨਹੀਂ ਮੁੱਕਦੀ। ਫੇਰ ਵੀ ਕਿਤਨਾ ਕੁਛ ਮਹਾਰਾਜ ਸਮਝਾਈ ਜਾਂਦੇ, ਫੇਰ ਵੀ ਪਰਵਾਹ, ਫੇਰ ਵੀ ਚਿੰਤਾ, ਫੇਰ ਵੀ ਹਉਮੈ, ਫੇਰ ਵੀ ਇਹ ਚੀਜ਼ ਨਹੀਂ ਜਾਂਦੀ। ਆਮ ਜੀਵ ਤੇ ਵਿਚਾਰ ਕਰੋ। ਅਸੀਂ ਆਪ ਦਾ ਪ੍ਰੈਕਟੀਕਲ ਦੱਸਦੇ। ਇਦਾਂ ਗੁਰਬਾਣੀ ਗੁਰੂ ਦੀ ਵਿਚਾਰ ਹੁੰਦੀ ਆ। ਵਿਚਾਰ ਹੋਣ ਤੋਂ ਬਾਅਦ ਜੀਵ ਸਮਝ ਗਿਆ ਕਿ ਹਾਂ ਮਹਾਰਾਜ ਕੀ ਕਹਿ ਰਹੇ ਹਨ। ਸਮਝਣ ਤੋਂ ਬਾਅਦ ਸਹਿਜ ਸੁਭਾਅ ਇੱਕ ਵਿਚਾਰ ਆਂਦੀ ਹੈ ਜਿਹੜੀ ਸਭ ਤੋਂ ਲਾਸਟ ਦੇ ਵਿੱਚ ਆਂਦੀ ਆ ਕਿ ਹਾਂ ਹੈ ਤਾਂ ਸਾਰਾ ਕੁਝ ਠੀਕ, ਪਰ ਫੇਰ ਵੀ ਪਰਵਾਹ ਤਾਂ ਕਰਨੀ ਪੈਂਦੀ ਹੈ। ਫੇਰ ਵੀ ਲਗਾਵ ਤਾਂ ਹੁੰਦਾ ਹੀ ਹੈ। ਫੇਰ ਵੀ ਮੋਹ ਤਾਂ ਹੁੰਦਾ ਹੀ ਹੈ। ਕਹਿੰਦੀ ਇਹ ਫੇਰ ਵੀ ਜੋ ਵਰਡ ਹੈ ਇਹਨੂੰ ਕੱਢਣਾ ਹੀ ਵਿਰਲਾ ਦਾ ਕੰਮ ਹੈ। ਇਹ ਫੇਰ ਵੀ ਸਭ ਦੀ ਨਹੀਂ ਛੁੱਟਦੀ। ਇਹ ਸੂਰਮਾ ਦੀ ਛੁੱਟੂਗੀ, ਖਾਲਸੇ ਦੀ ਛੁੱਟੂਗੀ। ਕਹਿੰਦਾ ਨਾ ਕਿ ਕਰਮ ਕਰਨਾ ਵੀ ਜ਼ਰੂਰੀ ਆ। ਹਾਂਜੀ, ਗੁਰਬਾਣੀ ਗੁਰੂ ਦੇ ਵਿੱਚ ਕਿਹਾ ਕਰਮ ਧਰਮ ਦੋਹੀ ਚੌਪੜ ਸਾਜੋ। ਕਹਿੰਦੇ ਦੋਨਾਂ ਨੂੰ ਇਕੱਠਾ ਸਾਜ ਲਓ। ਤੇ ਫਿਰ ਬਾਅਦ ਚ ਇੱਕ ਵਰਡ ਜੀਵ ਜਿਹੜਾ ਮਾਇਆ ਤੋਂ ਮੋਹ ਕਰਕੇ ਬੈਠਿਆ ਹੋਇਆ ਉਹ ਆ ਸ਼ਬਦ ਜ਼ਰੂਰ ਵਰਤੂਗਾ। ਉਹਦੀ ਸੁਰਤ ਆ ਸ਼ਬਦ ਜ਼ਰੂਰ ਵਰਤੂਗੀ ਕਿ ਕਹਿੰਦੇ ਫੇਰ ਵੀ ਏਦਾਂ ਦਾ ਸੰਸਾਰ ਹੈ। ਇਹ ਜ਼ਿੰਮੇਵਾਰੀਆਂ ਤਾਂ ਉਠਾਣੀਆਂ ਪੜਦੀਆਂ ਹੈ। ਇਹ ਬਹੁਤ ਸਾਰੀ ਚੀਜ਼ਾਂ ਇਹੋ ਜਿਹੀਆਂ ਹੈ ਜਿਨ੍ਹਾਂ ਨੂੰ ਛੱਡਦਾ ਹੀ ਨਹੀਂ। ਤੇ ਨਾਲ ਕਹਿੰਦਾ ਮੈਂ ਮਹਾਰਾਜ ਦੀ ਬਾਣੀ ਵਿਚਾਰਦਾ। ਕਹਿੰਦੇ ਮਹਾਰਾਜ ਦੀ ਬਾਣੀ ਅਜੇ ਤੱਕ ਵਿਚਾਰੀ ਹੀ ਨਹੀਂ ਉਸ ਜੀਵ ਨੇ ਜਿਹਦਾ ਸ਼ਬਦ ਆਹ ਨਹੀਂ ਛੁੱਟਿਆ ਅੰਦਰੋਂ। ਫੇਰ ਵੀ ਸ਼ਬਦ ਨਹੀਂ ਛੁੱਟਿਆ। ਫਿਰ ਵੀ ਕਰ ਲੈਣਾ ਚਾਹੀਦਾ ਹੈ। ਫਿਰ ਵੀ ਚਿੰਤਾ ਹੋ ਜਾਂਦੀ ਹੈ। ਫਿਰ ਵੀ ਲਗਾਵ ਮੋਹ ਹੁੰਦਾ ਹੀ ਹੈ। ਫੇਰ ਵੀ ਹਉਮੈ ਹੋ ਹੀ ਜਾਂਦੀ ਹੈ। ਫੇਰ ਵੀ ਕ੍ਰੋਧ ਆ ਹੀ ਜਾਂਦਾ ਹੈ। ਫੇਰ ਵੀ ਕਿਸੇ ਦੇ ਫਿੱਕੇ ਵਚਨ ਬੁਰੇ ਲੱਗ ਹੀ ਜਾਂਦੇ ਹੈ। ਕਹਿੰਦੇ ਆ ਫੇਰ ਵੀ ਜਿਹਦੀ ਨਹੀਂ ਹਟੀ ਉਹਨੇ ਕਦੀ ਮਹਾਰਾਜ ਦੀ ਬਾਣੀ ਨੂੰ ਬੁੱਝਿਆ ਹੀ ਨਹੀਂ। ਇਸ ਕਰਕੇ ਕਿਆ ਕਹਿੰਦੇ ਉਹ ਸੂਰਮੇ ਹੈ ਸੰਸਾਰ ਦੇ ਵਿੱਚ ਜਿਨ੍ਹਾਂ ਦੀ ਆ ਅੰਦਰੋਂ ਇਹ ਅਵਸਥਾ ਦੇ ਵਿੱਚ ਤੇ ਜਿਹੜੇ ਉੱਪਰ ਉੱਠ ਗਏ। ਜਿਨ੍ਹਾਂ ਜੋਗੀ ਦੀ ਜਿਹੜੀ ਅਵਸਥਾ ਦੱਸੀ ਆ ਮਹਾਰਾਜ ਨੇ, ਕਹਿੰਦੇ ਉਹ ਸਮ ਅਵਸਥਾ ਹੈ। ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗੀ ਕਹੀਏ ਸੋਈ। ਏਕ ਦ੍ਰਿਸ਼ਟ ਕਰ ਸਮਸਰ ਜਾਣੇ। ਕਹਿੰਦੇ ਜਿਹੜਾ ਸਮ ਹੋ ਗਿਆ ਇਹ ਫੇਰ ਵੀ ਅਵਸਥਾ ਜਿਹਦੀ ਨਿਕਲ ਗਈ। ਦੁੱਖ ਹੋ ਗਿਆ ਸੰਸਾਰ ਦੇ ਵਿੱਚੋਂ। ਮਾਇਆ ਦੁੱਖ ਕਿਹਨੂੰ ਕਹਿੰਦੇ? ਮਾਇਆ ਘਟ ਗਈ। ਮਾਇਆ ਉਦਾਂ ਨਹੀਂ ਘਟੀ, ਇਹਦੇ ਕੋਲੋਂ ਦੂਰ ਹੋ ਗਈ। ਥੋੜੀ ਇਹ ਤੋਂ ਦੂਰ ਹੋ ਗਈ ਤੇ ਇਹਨੇ ਕਿਹਾ ਫੇਰ ਵੀ ਚਿੰਤਾ ਤਾਂ ਹੁੰਦੀ ਆ। ਫੇਰ ਵੀ ਦੁੱਖ ਤਾਂ ਹੁੰਦਾ ਹੀ ਆ। ਜਿਹੜਾ ਕੋਈ ਪਰਿਵਾਰ ਦੇ ਵਿੱਚ ਤੋਂ ਵਿਛੜ ਗਿਆ ਤੇ ਫੇਰ ਵੀ ਕਹਿੰਦੇ ਫੇਰ ਵੀ ਜਿਹੜਾ ਚਲਿਆ ਗਿਆ ਉਹਦਾ ਦੁੱਖ ਤਾਂ ਆਂਦਾ ਹੀ ਹੈ। ਕਹਿੰਦੇ ਇਹ ਫੇਰ ਵੀ ਤਾਂ ਨਹੀਂ ਨਿਕਲੀ, ਤਾਂ ਹੀ ਤਾਂ ਚੌਥੇ ਯੁੱਗ 'ਚ ਬੈਠ ਗਿਆ ਆ ਕੇ। ਜੇ ਫੇਰ ਵੀ ਨਿਕਲ ਗਈ ਹੁੰਦੀ ਤੇ ਸੱਚ ਦੇ ਵਿੱਚ ਅਭੇਦ ਹੋ ਗਿਆ ਹੁੰਦਾ, ਚਲਿਆ ਗਿਆ ਹੁੰਦਾ ਘਰ। ਅੱਜ ਵੀ ਜਿਹੜੀ ਥਿਰ ਘਰ ਤੋਂ ਪਿੱਛੇ ਖਿੱਚਦੀ ਆ ਅਨਹਦ ਸ਼ਬਦ, ਇਹ ਜਿਹੜੇ ਸ਼ਬਦ ਸੁਣਦੇ ਆ ਇਹਨਾਂ ਦੇ ਵਿੱਚ ਦੇ ਵੀ ਜੇ ਅੱਜ ਵੀ ਖਿੱਚਦੀ ਆ ਇਹ ਫੇਰ ਵੀ ਨੀਚੇ ਖਿੱਚਦੀ ਆ। ਆਹੀ ਹੈ ਜਿਹੜੀ ਨਿਕਲ ਨਹੀਂ ਰਹੀ। ਬਹੁਤ ਗਿਆਨ ਇਕੱਠਾ ਕਰਨ ਤੋਂ ਬਾਅਦ, ਜੁਗਤੀਆਂ ਵਿਧੀਆਂ ਇਕੱਠੀਆਂ ਕਰਨ ਤੋਂ ਬਾਅਦ ਵੀ ਥਿਰ ਘਰ ਤੋਂ ਨੀਚੇ ਆਂਦਾ ਹੈ। और कोई कारण नहीं है। मैं नहीं गई, मैं नहीं गई। और मैनू बिना शब्द तो मारिया नहीं जा सकता, बिना साध संगत तो मारिया नहीं जा सकता। मैनू ਇਹ ਮੇਰੀ ਮੈਂ ਜਿਹਦਾ ਸ਼ਬਦ ਬੋਲਦੇ ਨਾ ਆਪਾਂ ਤਨ ਮਨ ਧਨ ਸਭ ਸੌਂਪ ਗੁਰ ਕੋ, ਤਨ ਮਨ ਧਨ ਸਭ ਸੌਂਪ ਗੁਰ ਕੋ। ਇਹਦੇ ਵਿੱਚ ਮੇਰੀ ਮੈਂ ਦੇਣ ਨੂੰ ਕਹਿ ਰਹੇ ਹਉਮੈ ਦੇ ਦੇ ਹਉਮੈ। ਜੇ ਨਾਮ ਦਾ ਰਾਹੀ ਵਪਾਰ ਕਰਨਾ ਹੈ, ਨਾਮ ਦਾ ਰੱਖਾ ਬਣਨਾ ਹੈ, ਉਹ ਨਾਮ ਰਤਨ ਲੈਣਾ ਹੈ, ਜੇ ਰਾਜਾਂ ਦੇ ਵਾਂਗੂ ਜੀਣਾ ਹੈ ਤੇ ਕਹਿੰਦੇ ਸੀਸ ਦੇ ਦੇ, ਹਉਮੈ ਦੇ ਦੇ, ਮੇਰੀ ਮੈਂ ਦੇ ਦੇ। ਭੇਦ ਦਿੱਤਾ ਕਹਿੰਦੇ ਨਾਨਕ ਚਿੰਤਾ ਮਤ ਕਰੋ। ਇਹ ਬੁੱਝ ਲਿਆ ਫੇਰ ਵੀ ਵਿਚਰਦੇ ਹੋਏ ਕਹਿੰਦਾ ਵੀ ਫੇਰ ਵੀ ਬੱਚਿਆਂ ਦੀ ਚਿੰਤਾ ਹੋ ਹੀ ਜਾਂਦੀ ਹੈ। ਫੇਰ ਵੀ ਭਵਿੱਖ ਦੀ ਚਿੰਤਾ ਹੋ ਹੀ ਜਾਂਦੀ ਹੈ। ਬੱਚਿਆਂ ਦਾ ਕੀ ਬਣੂਗਾ, ਆਉਣ ਵਾਲੇ ਸਮੇਂ 'ਚ ਮੇਰਾ ਕੀ ਬਣੂਗਾ,
ਬਹੁਤ ਸਾਰੇ ਕਹਿੰਦੇ ਐਈ ਤਾਂ ਨਹੀਂ ਨਿਕਲਦੀ, ਕਹਿੰਦੇ ਜਿਹਦੀ ਸ੍ਰਿਸ਼ਟੀ ਹੈ ਉਹਦੇ ਹੁਕਮ ਦੇ ਵਿੱਚੋਂ ਸਾਰਾ ਕੁਝ ਹੋ ਰਿਹਾ ਹੈ, ਤੇ ਫੇਰ ਇੰਟਰਫੇਅਰ ਕਰਨਾ ਕਿਉਂ ਨਹੀਂ ਬੰਦ ਕਰ ਦਿੰਦਾ? ਨਹੀਂ ਕਰਦਾ, ਕਿਉਂਕਿ ਆਪਣੀ ਬਿਰਤੀ ਤੇ ਮਜਬੂਰ ਹੈ, ਆਪਣੀ ਆਦਤ ਤੋਂ ਮਜਬੂਰ ਹੈ। ਨਿਰਭਉ ਦੀ ਤਰੀਓ, ਨਿਰਵੈਰ ਦੀ ਤਰੀਓ ਏਦਾਂ ਵਿਚਰ ਕੇ ਤਾਂ ਦੇਖ, ਰਾਜਾ ਦੇ ਵਾਂਗੂ ਜੀਏਗਾ। ਇਹ ਸਾਰੀ ਧਰਮਸ਼ਾਲਾ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਹੈ। ਇਹਦੇ ਵਿੱਚੋਂ ਤੈਨੂੰ ਕਿਰਤ ਕਰਨ ਦੇ ਲਈ ਦਿੱਤੀ ਗਈ ਹੈ। ਕਿਰਤ ਕਰ, ਸੱਚੇ ਢੰਗ ਨਾਲ ਕਿਰਤ ਕਰ, ਰੋਜੀ ਜ਼ਰੂਰ ਮਿਲੂਗੀ, ਕੱਪੜਾ ਵੀ ਮਿਲੂਗਾ, ਰਹਿਣ ਨੂੰ ਥਾਂ ਦੂਗਾ, ਕਿਉਂਕਿ ਇਹ ਧਰਮਸ਼ਾਲਾ ਉਹਦੀ ਆ, ਉਹਦੇ ਹੁਕਮ ਚ ਸਾਰੇ ਕੰਮ ਕਰਦੇ हैं। ਫੇਰ ਵੀ ਚਿੰਤਾ ਨਹੀਂ ਜਾਂਦੀ, ਫੇਰ ਵੀ ਈਰਖਿਆ ਨਹੀਂ ਜਾਂਦੀ, ਫੇਰ ਵੀ ਦੁਬਦਾ ਨਹੀਂ ਜਾਂਦੀ, ਫੇਰ ਵੀ ਨਿੰਦਾ ਚੁਗਲੀ ਨਹੀਂ ਛੱਡਦਾ। ਇਸ ਕਰਕੇ ਮਹਾਰਾਜ ਨੇ ਕਿਹਾ, ਕਹਿੰਦੇ ਪਰ ਧਨ ਪਰ ਤਨ ਪਰ ਅਪਵਾਦ ਨਾ ਛੁੱਟੈ, ਕਹਿੰਦੇ ਇਹ ਤਾਂ ਛੁੱਟਦੀ ਹੀ ਨਹੀਂ। ਸੰਗਤ ਦੇ ਵਿੱਚ ਬੈਠਿਆ, ਜਦੋਂ ਪਰਿਵਾਰ ਦੇ ਵਿੱਚ ਵਿਚਰਿਆ, ਕਹਿੰਦੇ ਦੁਬਿਧਾ ਫੇਰ ਵੀ ਆ ਗਈ। ਤੇ ਕਹਿੰਦੇ ਇਹੀ ਤਾਂ ਔਖਾ ਕੰਮ ਹੈ, ਸੰਗਤ ਦੇ ਵਿੱਚ ਤਾਂ ਆਂਦੀ ਆਵੇ ਹੀ ਨਾ। ਕਹਿੰਦੇ ਇਹ ਸੰਗਤ ਦਾ ਵਿੱਚ ਜਿਹੜੇ ਗੁਣ ਦਿੱਤੇ ਜਾਂਦੇ, ਕਹਿੰਦੇ ਇਹਨਾਂ ਨੂੰ ਸੰਸਾਰ ਦੇ ਵਿੱਚ ਲੈ ਕੇ ਧਾਰਨ ਕਰਕੇ ਵਿਚਰ ਕੇ ਦਿਖਾ, ਫੇਰ ਮੰਨਿਆ ਜਾਊਗਾ ਕਿ ਗੁਰਮਤ ਮਨਨ ਕਰ ਲਈ। ਉਨੀ ਦੇਰ ਨਹੀਂ, ਕਿਉਂਕਿ ਤੈਨੂੰ ਧਰਮਸ਼ਾਲਾ ਦੇ ਵਿੱਚ ਭੇਜਿਆ ਗਿਆ ਹੈ। ਮਹਾਰਾਜ ਕਹਿੰਦੇ ਪੌਣ ਪਾਣੀ ਅਗਨ ਪਾਤਾਲ ਤਿਸ ਵਿੱਚ ਥਾਪ ਰੱਖੀ ਧਰਮਸਾਲ, ਕਹਿੰਦੇ ਤੈਨੂੰ ਧਰਮਸ਼ਾਲਾ ਦੇ ਵਿੱਚ ਭੇਜਿਆ ਗਿਆ ਹੈ, ਕਿਸੇ ਇੱਕ ਥਾਂ ਤੋਂ ਨਹੀਂ ਭੇਜਿਆ ਗਿਆ। ਧਰਮਸ਼ਾਲਾ ਦੇ ਵਿੱਚ ਪਤਾ ਨਹੀਂ ਕਿਹੜੀਆਂ ਕਿਹੜੀਆਂ ਥਾਵਾਂ ਤੋਂ ਤੈਨੂੰ ਵਿਚਰਨਾ, ਵਪਾਰ ਕਰਨਾ ਹੈ। ਇੱਥੇ ਵਿਚਰ ਕੇ ਦਿਖਾ, ਤੇ ਹੁਕਮ ਦੇ ਵਿੱਚ ਵਿਚਰ ਕੇ ਦਿਖਾ, ਫੇਰ ਤੈਨੂੰ ਸੂਰਮਾ ਤੇ ਬਿਰਲਾ ਮੰਨਣਾ ਜਾਊਗਾ। ਇੱਕ ਥਾਂ ਤੋਂ ਬੈਠ ਕੇ ਵਪਾਰ ਨਹੀਂ ਕੀਤਾ ਜਾ ਸਕਦਾ। तू रजो ते भी जाएगा, तमो ते भी जाएगा, सतो ते भी जाएगा, अंदर तो जाएगा ही जाएगा, लेकिन ਸਰੀਰ ਕਰਕੇ, ਦੇਹੀ ਕਰਕੇ ਵੀ ਪਤਾ ਨਹੀਂ ਕਿੱਥੇ ਕਿੱਥੇ ਭ੍ਰਮਣ ਕਰੇਗਾ। ਕਹਿੰਦੇ ਫਿਰ ਸਾਰੀਆਂ ਥਾਵਾਂ ਤੋਂ ਇੱਕੋ ਜਿਹੀ ਅਵਸਥਾ ਦੇ ਵਿੱਚ ਵਿਚਰ ਕੇ ਦਿਖਾਈ। ਅਵਸਥਾ ਦਾ ਭਾਵ ਕਿ ਜੇ ਸਾਧੂ ਹੈ ਤੇ ਸਾਧੂ ਹੀ ਬਣਿਆ ਰਹੀ, ਤੇਰੇ ਤੇ ਸਮੇਂ ਦਾ ਪ੍ਰਭਾਵ ਨਾ ਪੜੇ, ਤੇਰੇ ਪੇ ਬਾਹਰੀ ਮਾਹੌਲ ਦਾ ਪ੍ਰਭਾਵ ਨਾ ਪੜੇ, ਤੂੰ ਉਦਾਂ ਦਾ ਹੀ ਰਹਿਵੇਂ। ਇਹਦਾ ਮਤਲਬ ਫੇਰ ਤਾਂ ਤੈਨੇ ਗੁਰਬਤ ਮਨਨ ਕਰ ਰੱਖੀ ਆ। ਇਹ ਭੇਦ ਦੇ ਰਹੇ ਆਪਾਂ ਨੂੰ ਗੁਰਬਾਣੀ ਗੁਰੂ ਦੇ ਵਿੱਚੋਂ, ਠੀਕ ਹੈ। ਤੇ ਏਦਾਂ ਆਪਾਂ ਨੂੰ ਵਿਚਰਨਾ ਸਿੱਖਣਾ ਹੈ ਕਿ ਜਿਹੜੀ ਸਾਡੀ ਗੁਰਮਤ ਹੈ ਉਹ ਸਾਨੂੰ, ਅਸੀਂ ਸੰਸਾਰ ਦੇ ਵਿੱਚੋਂ ਕਿਸੇ ਕੋਨੇ ਦੇ ਵਿੱਚ ਵੀ ਚਲੇ ਜਾਵੇਂ, ਉਹ ਸਾਡੇ ਅੰਦਰ ਸਮਲੀ ਰਹਿਣੀ ਚਾਹੀਦੀ ਹੈ। ਜੇ ਆਪਾਂ ਸਾਧੂ ਹੈ ਤੇ ਆਪਾਂ ਸਾਧੂ, ਸੰਤ ਹੈ ਤੇ ਸੰਤ, ਗੁਰਮੁਖ ਹੈ ਤੇ ਗੁਰਮੁਖ, ਬ੍ਰਹਮ ਗਿਆਨੀ, ਇਹ ਸਾਰੀਆਂ ਜਿਹੜੀਆਂ ਅਵਸਥਾਵਾਂ ਹੈ, ਜਿਸ ਅਵਸਥਾ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਜੀ ਨੇ ਸਾਜ ਨਿਵਾਜ ਦਿਆ, ਉਹਦੀ ਆਪਾਂ ਸੰਭਾਲ ਰੱਖੋ। ਜੇ ਦਿੱਤੀ ਮਹਾਰਾਜ ਨੇ, ਇਹ ਜਿਹੜੇ ਸਾਨੂੰ ਗੁਣ ਦਿੱਤੇ ਗਏ ਹੈ, ਜਿਹੜੇ ਆਪਾਂ ਰੋਜ਼ ਵਿਚਾਰਦੇ ਹਾਂ, ਮਹਾਰਾਜ ਆਪਾਂ ਨੂੰ ਭੇਦ ਦਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ, ਇਹਨਾਂ ਨੂੰ ਚੇਤਨਾ, ਇਹਨਾਂ ਨੂੰ ਧਾਰਨ ਕਰਨਾ ਭਗਤੀ ਦੇ ਵਿੱਚ ਚੱਲਣ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆ। ਜਿੰਨੀ ਦੇਰ ਈਰਖਿਆ ਨਹੀਂ ਜਾਂਦੀ, ਦੁਬਿਧਾ ਨਹੀਂ ਜਾਂਦੀ, ਨਿੰਦਾ ਚੁਗਲੀ ਬੈਰ ਵਿਰੋਧ ਇਹ ਅਵਗੁਣ ਗੁਣਾਂ ਦੇ ਵਿੱਚੋਂ ਨਹੀਂ ਬਦਲਦੇ, ਉਨੀ ਦੇਰ ਸਿਮਰਨ ਪ੍ਰਵਾਨ ਨਹੀਂ ਹੁੰਦਾ, ਉਨੀ ਦੇਰ ਅੰਮ੍ਰਿਤ ਰਸ ਨਹੀਂ ਮਿਲ ਸਕਦਾ, ਉਨੀ ਦੇਰ ਨਾਮ ਹਿਰਦੇ ਦੇ ਵਿੱਚ ਨਹੀਂ ਬਸ ਸਕਦਾ। ਕਿਉਂਕਿ ਇਹਨਾਂ ਦੇ ਕਰਕੇ ਹੀ ਮਾਲਿਕ ਤੋਂ ਦੂਰੀ ਆ, ਅਕਾਲ ਪੁਰਖ ਦੂਰ ਨਹੀਂ। ਉਹ ਕਹਿੰਦੇ ਮਾਂ ਪਿਓ ਤੇ ਪੁੱਤ ਇੱਕ ਘਰ ਦੇ ਵਿੱਚ ਰਹਿੰਦੇ ਹਨ, ਲੇਕਿਨ ਕਦੀ ਗੱਲਬਾਤ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕਿਉਂਕਿ ਵਿੱਚ ਮਾਇਆ ਖੜੀ ਆ, ਵਿੱਚ ਇਹ ਪੰਜ ਖੜੇ ਹੈ, ਵਿੱਚ ਜਿਹੜੀ ਇਹਦੀ ਆਪ ਕਮਾਈ ਹੋਈ ਕੀਤੀ ਹੋਈ ਹੈ। ਹੁਣ ਜੇ ਸੋਚੇ ਕਿ ਜੁਗਤੀਆਂ ਵਿਧੀਆਂ ਕੁਝ ਇਹੋ ਜਿਹਾ ਚਮਤਕਾਰ ਹੋਊਗਾ ਕਿ ਮੈਂ ਚਲਿਆ ਜਾਊਂਗਾ, ਕਹਿੰਦੇ ਜਿੰਨੀ ਦੇਰ ਵਰਤੀ ਨਹੀਂ ਬਦਲਦੀ ਉਨੀ ਦੇਰ ਅਕਾਲ ਪੁਰਖ ਜੀ ਦਾ ਪ੍ਰੇਮ, ਅਕਾਲ ਪੁਰਖ ਜੀ ਦੀ ਵਡਿਆਈ ਪ੍ਰਾਪਤ ਨਹੀਂ ਕਰ ਸਕਦਾ। ਕਿਵੇਂ ਕਰ ਲਊਗਾ? ਮਾਲਿਕ ਨੇ ਪਰਮਹੰਸ ਭੇਜਿਆ ਥਾ, ਅਕਾਲ ਪੁਰਖ ਪਰਮਾਤਮਾ ਜੀ ਨੇ ਇਹਨੂੰ ਪਰਮਹੰਸ ਭੇਜਿਆ ਥਾ। ਪਰਮਹੰਸ ਜਿੰਨੀ ਦੇਰ ਨਹੀਂ ਬੰਦਾ ਉਨੀ ਦੇਰ ਅਕਾਲ ਪੁਰਖ ਪਰਮਾਤਮਾ ਜੀ ਦਾ ਸੁਖ ਪ੍ਰਾਪਤ, ਪਰਮ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦਾ, ਮਰ ਨਹੀਂ ਸਕਦਾ। ਮਰੂਗਾ ਤਾਂ ਤਬ ਜਦੋਂ ਹਉਮੈ ਨੂੰ ਛੱਡੂਗਾ, ਕਿਉਂਕਿ ਹਉਮੈ ਮਰਨ ਨਹੀਂ ਦਿੰਦੀ, ਹਉਮੈ ਕੱਪੜਾ ਬਦਲਵਾਉਂਦੀ ਹੈ ਹਰ ਵਾਰ। ਦੂਜਾ ਇਹ ਮਨੁੱਖਾ ਆ ਗਈ, ਫਿਰ ਦੂਜੀ ਜੂਨ, ਫਿਰ ਦੂਜੀ ਜੂਨ, ਫਿਰ ਦੂਜੀ ਜੂਨ, ਕਹਿੰਦੇ 84 ਦੇ ਵਿੱਚ ਲੈ ਜਾਂਦੀ ਹੈ, ਹਉਮੈ ਲੈ ਜਾ ਰਹੀ ਹੈ, ਹੋਰ ਕੁਛ ਨਹੀਂ, ਹਉਮੈ।
ਤ੍ਰੈ ਗੁਣਾ ਦੀ ਕੀਤੀ ਹੋਈ ਕਮਾਈ ਲੈ ਕੇ ਜਾਂਦੀ ਆ। ਜੇ ਅੱਜ ਵੀ ਹਿਰਦੇ ਦੇ ਵਿੱਚ ਤੇ ਦੁਬਿਧਾ ਨਾ ਗਈ, ਨਹੀਂ ਜਾ ਸਕਦਾ ਸੱਚੇ ਦੇ ਸਨਮੁਖ, ਨਹੀਂ ਪੀ ਸਕਦਾ ਅੰਮ੍ਰਿਤ ਰਸ। ਤੇ ਇਸ ਕਰਕੇ ਮਹਾਰਾਜ ਭੇਜਦੇ ਰਹੇ ਕਿ ਸਭ ਤੋਂ ਪਹਿਲਾਂ ਉਸ ਰਮਈਆ ਦੇ, ਉਸ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਅੰਦਰ ਤੋਂ ਇਹ ਮਨ ਨੂੰ ਉਹ ਗੁਣ ਧਾਰਨ ਕਰਾਓ। ਆਪਾਂ ਇਹਨੂੰ ਇਹੋ ਜਿਹਾ ਲਿਵਾਜ ਪਹਿਨਾਓ। ਸੱਚੇ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਇਹਨੂੰ ਅੰਦਰ ਝਾਕੀ ਮਾਰ ਕੇ ਦੇਖਣੀ ਆ ਵੀ ਕਿੱਦਾਂ ਦਾ ਲਿਵਾਜ ਪਾਈ ਬੈਠੀ ਆ ਇਹ ਸੁਰਤ, ਵੀ ਕੀ ਘਰ ਲਿਜਾਣ ਜੋਗੀ ਬਣ ਗਈ ਕਿ ਹੁਣੇ ਇਹਨ ਪੰਜਾਂ ਦੇ ਲੜ ਲੱਕੀ ਘੁੰਮਦੀ ਆ, ਇਹਨੂੰ ਨਹੀਂ ਲਿਜਾਇਆ ਜਾ ਸਕਦਾ। ਸੱਚ ਦੇ ਘਰ 'ਚ ਸੱਚੀ ਸੁੱਚੀ ਹੀ ਜਾਊਗੀ। ਜਿਹਨੂੰ ਸੁਹਾਗਨ ਕਿਹਾ ਹੈ, ਉਹ ਸੁਹਾਗਨ ਉਹ ਗੁਰਮੁਖ ਨੂੰ ਕਿਹਾ ਹੈ, ਉਸ ਖਾਲਸੇ ਨੂੰ ਕਿਹਾ ਹੈ ਜਿਹੜਾ ਅਕਾਲ ਪੁਰਖ ਪਰਮਾਤਮਾ ਜੀ ਦੇ ਗੁਣਾਂ ਦਾ ਚੇਤਾ ਸੁਰਤ ਕਰਕੇ ਕਰ ਲੈਵੇ, ਅੰਮ੍ਰਿਤ ਰਸ ਪੀ ਪੀ ਕੇ ਨਿਰਭਉ ਹੋ ਜਾਵੇ, ਨਿਰਵੈਰ ਹੋ ਜਾਵੇ। ਖਾਲਸਾ ਉਹਨੂੰ ਵਡਿਆਈ ਦਿੱਤੀ ਆ, ਉਹਨੂੰ ਅਕਾਲ ਪੁਰਖ ਪਰਮਾਤਮਾ ਜੀ ਆਪ ਘਰ ਸੁਨ ਦੇ ਵਿੱਚ ਕਹਿੰਦੇ ਸੁਨ ਸਮਾਦ ਗੁਫਾਤੇ ਆਸਨ, ਕੇਵਲ ਪਾਰ ਬ੍ਰਹਮ ਪੂਰ ਤਹਿ ਵਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ ਹੈ। ਆਪ ਅਕਾਲ ਪੁਰਖ ਜੀ ਸੱਦਦੇ ਉਹਨੂੰ ਗੋਸ਼ਟ ਕਰਨ ਦੇ ਲਈ, ਮਿਲਣ ਦੇ ਲਈ। ਉਸ ਬੱਚੇ ਨੂੰ ਆਪ ਮਾਲਿਕ ਆਵਾਜ਼ ਦੇ ਕੇ ਜਗਾਨੇ, ਉਹਨੂੰ ਵਡਿਆਈ ਦੇਣੇ ਹੈ, ਉਹਨੂੰ ਖਜ਼ਾਨਾ ਦੇਣੇ ਹੈ ਕਿ ਲੈ ਵਰਤ ਤੇ ਰਾਜਾ ਦੇ ਵਾਂਗੂ ਵਪਾਰ ਕਰ। ਲੇਕਿਨ ਇਹ ਵਡਿਆਈ ਪ੍ਰਾਪਤ ਕਰਨ ਦੇ ਲਈ ਗੁਰਮੁਖ ਪਿਆਰਿਓ ਸਾਨੂੰ ਆਪ ਦਾ ਸੀਸ ਦੇਣਾ ਪਊਗਾ। ਜਿਹੜੇ ਪਰਿਵਾਰਾਂ ਦੇ ਵਿੱਚ ਵਿਚਰਦਿਆਂ ਹੋਇਆਂ ਇਹ ਜਿੱਥੇ ਵੀ ਆਪਣਾ ਏਰੀਆ ਹੈ ਇੱਥੇ ਵਿਚਰਦਿਆਂ ਹੋਇਆਂ ਜਿਹੜੀ ਵਰਤੀ ਨਹੀਂ ਸੁਧਰੀ, ਤੇ ਸਮਝੋ ਆਪਾਂ ਸੰਗਤ ਦੇ ਵਿੱਚ ਮਨ ਕभी ਬੈਠਿਆ ਹੀ ਨਹੀਂ, ਸੰਗਤ ਨੂੰ ਮਨ ਨੇ ਮਨਨ ਕੀਤਾ ਹੀ ਨਹੀਂ, ਬਾਹਰੋਂ ਸੁਣਾ ਹੈ। ਜਿੱਦਾਂ ਇਹ ਕੰਨ ਹੈ ਸਾਡੇ ਨੇਤਰ ਹੈ, ਇਹ ਹਰ ਸਮੇਂ ਸੁਣਨ ਦੀ ਕੰਮ ਕਰਦੇ ਹੈ, ਲੇਕਿਨ ਤ੍ਰੈ ਗੁਣਾ ਦੀਆਂ ਵਿਚਾਰਾਂ ਵੀ ਤਾਂ ਸੁਣਦੇ ਹੈ ਨਾ, ਲੇਕਿਨ ਇਹ ਸੱਚ ਵੀ ਸੁਣ ਸਕਦੇ ਹੈ। ਹੁਣ ਆਪਾਂ ਕਹਿੰਦੇ ਕਿ ਸੁਣ ਤਾਂ ਰਹੇ ਹੈ, ਲੇਕਿਨ ਸੁਣਨੇ ਦੇ ਵਿੱਚ ਅੰਤਰ ਹੈ। ਸੱਚ ਨੂੰ ਸੁਣਨਾ ਤੇ ਝੂਠ ਨੂੰ ਸੁਣਨਾ, ਤ੍ਰੈ ਗੁਣਾ ਦੀਆਂ ਵਿਚਾਰਾਂ ਸੁਣਨਾ ਤੇ ਅਨਹਦ ਨੂੰ ਸੁਣਨਾ, ਇਹਨਾਂ ਦੇ ਵਿੱਚੋਂ ਬਹੁਤ ਵੱਡਾ ਅੰਤਰ ਹੈ। ਇਸ ਕਰਕੇ ਮਹਾਰਾਜ ਦਾ ਗਿਆਨ ਤਾਂ ਆਪਾਂ ਸੁਣ ਲਿਆ, ਫਿਰ ਅੱਗੇ ਮਹਾਰਾਜ ਭੇਜਦੇ ਰਹੇ ਇਹਨੂੰ ਧਾਰਨ ਕਰ ਲੋ, ਇਹਨੂੰ ਮਨਨ ਕਰ ਲੋ। ਤੁਹਾਨੂੰ ਬਾਰ-ਬਾਰ ਸੁਣਨ ਦੇ ਲਈ ਆਪ ਵਿਧੀਆਂ ਨਾ ਲਾਣੀਆਂ ਪਵੇਂ, ਇਹ ਨਿਰੰਤਰ ਸੁਣਦੇ ਹੀ ਰਹਿਵੇਂ, ਇਹ ਨੇਤਰ ਦੇਖਦੇ ਹੀ ਰਹਿਵੇਂ, ਇਹ ਰਸਨਾ ਧਿਆਂਦੀ ਹੀ ਰਹਿਵੇ। ਏਦਾਂ ਦਾ ਸ਼ਿੰਗਾਰ ਕਰੋ ਉਸ ਅਕਾਲ ਪੁਰਖ ਪਰਮਾਤਮਾ ਜੀ ਦਾ, ਏਦਾਂ ਦਾ ਪ੍ਰੇਮ ਕਰੋ। ਉਹ ਘਟ-ਘਟ ਦੇ ਵਿੱਚ ਬੈਠਿਆ ਹੋਇਆ, ਉਹਨੂੰ ਸਾਰੀ ਖਬਰ ਹੈ, ਸਾਰੀ ਇੱਕ ਪਲ, ਇੱਕ ਸੈਕਿੰਡ, ਇੱਕ ਚਸ ਦੀ ਖਬਰ ਹੈ ਕਿ ਕਿੰਨੀ ਸੁਰਤ ਚਾਹੁੰਦੀ ਆ ਮਿਲਾਪ ਨੂੰ, ਉਹਨੂੰ ਸਭ ਪਤਾ ਹੈ, ਉਹਨੂੰ ਸਭ ਖਬਰ ਹੈ। ਜਦੋਂ ਅੰਦਰੋਂ ਮਿਲਾਪ ਚਾਹੂਗੀ, ਉਹ ਵੀ ਉਹਦੀ ਹੀ ਕਿਰਪਾ ਹੋਊਗੀ, ਉਹੀ ਦੂਗਾ ਇਹੋ ਜੀ ਖਿੱਚ, ਇਹੋ ਜੀ ਪ੍ਰੀਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭੇਦ ਦਿੱਤਾ ਨਾ, ਕਹਿੰਦੇ ਮੂੰਹ ਲਾਲਨ ਸਿਉ ਪ੍ਰੀਤ ਬਣੀ, ਤੋੜੀ ਨਾ ਟੂਟੈ ਛੋੜੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਐਸੀ ਪ੍ਰੀਤ ਭਾਵੇਂ ਆਪਾਂ ਕਿਤੇ ਵੀ ਵਿਚਰੇ, ਲੇਕਿਨ ਅਕਾਲ ਪੁਰਖ ਪ੍ਰਮਾਤਮਾ ਜੀ ਨੂੰ ਨਾ ਭੁੱਲੇ, ਉਸ ਸੱਚ ਨੂੰ ਨਾ ਭੁੱਲੇ। ਬਾਹਰੋਂ ਕਿਤੇ ਵੀ ਆਪਾਂ ਸੰਸਾਰ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਭ੍ਰਮਣ ਕਰੇ, ਲੇਕਿਨ ਅੰਦਰੋਂ ਮਨ ਹਉਮੈ ਤੋਂ ਰਹਿਤ ਹੋ ਕੇ ਹੁਕਮ ਦੇ ਵਿੱਚ ਵਿਚਰਨਾ ਸਿੱਖ ਜਾਵੇ, ਫੇਰ ਆ ਦੇਹੀ ਨੂੰ ਤਾਂ ਕਿਤਿਓਂ ਚੱਕੀ ਫਿਰੋ, ਕੋਈ ਫਰਕ ਨਹੀਂ ਪੜਦਾ। ਕਿਉਂਕਿ ਅੰਦਰ ਮਨ ਜਿਹੜਾ ਬਿਖ ਦੇ ਵਿੱਚ ਗਿਆ ਹੋਇਆ ਹੈ, ਜੇ ਉਹਦੇ ਵਿੱਚ ਕਿੱਦਾਂ ਰਹਿਣਾ ਸਿੱਖ ਗਿਆ, ਕਹਿੰਦੇ ਕਮਲ ਦੀ ਤਰ੍ਹਾਂ, ਜੈਸੇ ਕੀਚੜ ਮੈਂ ਕਮਲ ਨਿਰਾਲਾ ਹੈ, ਕਹਿੰਦੇ ਜੇ ਇੱਦਾਂ ਰਹਿਣਾ ਸਿੱਖ ਗਿਆ ਤੇ ਨਾਲ ਅੰਮ੍ਰਿਤ ਰਸ ਪੀ ਜਾਊਗਾ, ਮਾਇਆ ਤੋਂ ਉੱਪਰ ਉੱਠਿਆ ਰਹੂਗਾ, ਤੇ ਦੇਹੀ ਨੂੰ ਤਾਂ ਭਾਵੇਂ ਕਿਤੇ ਹੀ ਲਈ ਫਿਰੋ, ਕੋਈ ਫਰਕ ਨਹੀਂ ਪੜਦਾ। ਕਿਤੇ ਹੀ ਲੈ ਫਿਰਨੇ ਦਾ ਮਤਲਬ ਯਾ ਨਹੀਂ ਹੈ ਕਿ ਆਪਾਂ ਇਹੋ ਜਿਹੀਆਂ ਥਾਵਾਂ ਤੇ ਚਲੇ ਜਾਓ ਜਿੱਥੇ ਕਿ ਆਪਾਂ ਨੂੰ ਸਾਕਤ ਦੇ ਕੋਲ, ਮਨਮੁਖ ਦੇ ਕੋਲ, ਕਹਿਣ ਤੋਂ ਭਾਵ ਹੈ ਕਿ ਆਪਾਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਜਦੋਂ ਮਨ ਅੰਦਰੋਂ ਥਿਰ ਹੋ ਜਾਂਦਾ ਹੈ ਤੇ ਬਾਹਰੋਂ ਫਿਰ ਉਹਨੂੰ ਫਰਕ ਨਹੀਂ ਪੜਦਾ, ਕਿਉਂਕਿ ਖੇਡ ਸਾਡੇ ਅੰਦਰ ਚੱਲ ਰਹੀ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਆਪਾਂ ਮਹਾਰਾਜ ਦੀ ਬਾਣੀ ਦੇ ਰਾਹੀਂ ਸੱਚੇ ਸੁੱਚੇ ਬਣੋ। ਇਹ ਵਾਰ-ਵਾਰ ਮਹਾਰਾਜ ਆਪਾਂ ਨੂੰ ਭੇਦ ਦਿੰਦੇ, ਜੇ ਸੱਚ ਦੇ ਵਿੱਚ ਸੱਚ ਦੇ ਸਨਮੁਖ ਹੋਣਾ ਹੈ ਤੇ ਨਿਰਮਲ ਹੋਣਾ ਪਊਗਾ, ਸੱਚਾ ਸੁੱਚਾ ਹੋਣਾ ਪਊਗਾ, ਅੰਦਰੋਂ ਸ਼ਿੰਗਾਰ ਅਕਾਲ ਪੁਰਖ ਜੀ ਦੇ ਲਈ ਕਰਨਾ ਪਊਗਾ।
ਫੇਰ ਹੀ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਇਹਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਣਾ ਹੈ। ਜੇ ਆ ਅੱਜ ਵੀ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਅਹੰਕਾਰ ਦਾ ਸੰਗ ਉਦਾਂ ਹੀ ਸੁਰਤ ਕਰੂਗੀ ਤੇ ਮਾਲਿਕ ਨੂੰ ਆਹ ਕਦੀ ਨਹੀਂ ਭਾਣੀ, ਕਦੀ ਚੰਗੀ ਨਹੀਂ ਲੱਗਣੀ। ਜਦ ਤੱਕ ਇਹਨਾਂ ਦੇ ਸਾਥ ਆਪਣਾ ਸੰਪਰਕ ਨਹੀਂ ਖਤਮ ਕਰਦੀ। ਜਿਹੜਾ ਇਹਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਲਿਵਾਜ਼ ਪਾਇਆ ਹੋਇਆ ਹੈ। ਲਿਵਾਜ਼ ਪਾਉਣ ਦਾ ਭਾਵ ਕੀ ਹੈ ਪਤਾ? ਆਪਾਂ ਸੋਚਦੇ ਕਿ ਕਿੱਦਾਂ ਲਿਵਾਜ਼, ਇਹ ਅੰਦਰ ਦੀ ਵਿਚਾਰ ਹੋਈ ਹੈ, ਕਿੱਦਾਂ ਦਾ ਲਿਵਾਜ਼ ਸਾਨੂੰ ਪਤਾ ਨਹੀਂ। ਲਿਵਾਜ਼ ਕਿੰਨਾ ਕੁਛ ਜਾਣਦਿਆਂ ਹੋਇਆਂ ਵੀ, ਗਿਆਨ ਨੂੰ ਸੁਣਦਿਆਂ ਹੋਇਆਂ ਵੀ ਨਿੰਦਾ ਨਹੀਂ ਜਾਂਦੀ, ਦੁਬਦਾ ਨਹੀਂ ਜਾਂਦੀ। ਆਪਣੇ ਸੰਗੀ ਸਾਥੀ ਜਿਹੜੇ ਵੀ ਵਿਚਰਨ ਵਾਲਾ ਏਰੀਆ ਹੈ ਉਹਦੇ ਵਿੱਚ ਕਿਸੇ ਦੇ ਪ੍ਰਤੀ ਜੈਲਸ, ਦੁਬਿਧਾ ਇਹ ਨਹੀਂ ਜਾਂਦੀ। ਸੋਚੋ ਕਿ ਮਹਾਰਾਜ ਦੀ ਬਾਣੀ ਦਾ ਸੰਗ ਸਾਨੇ ਕਦੀ ਕੀਤਾ ਹੀ ਨਹੀਂ। ਸੁਣੀ ਜ਼ਰੂਰ ਆ ਕੰਨ, ਲੇਕਿਨ ਸੱਤ ਵਚਨ ਨਹੀਂ ਅਜਲੋ ਕੀਤਾ। ਰਸਨਾ ਤੋਂ ਕੀਤਾ ਹੈ ਲੇਕਿਨ ਸੁਰਤ ਕਰਕੇ ਨਹੀਂ ਕੀਤਾ। ਜਦ ਤੱਕ ਇਹ ਵਰਤੀ ਨਹੀਂ ਬਦਲਦੀ ਤਬ ਤੱਕ ਮਨ ਸਾਧੂ ਨਹੀਂ ਬਣ ਸਕਦਾ, ਗੁਰਮੁਖ ਨਹੀਂ ਬਣ ਸਕਦਾ, ਭਗਤ ਨਹੀਂ ਬਣ ਸਕਦਾ, ਸੰਤ ਨਹੀਂ ਬਣ ਸਕਦਾ। ਇਹ ਨਹੀਂ ਬਣ ਸਕਦਾ ਤਬ ਤੱਕ, ਕਿਉਂਕਿ ਮਨ ਦੀ ਵਰਤੀ ਬਦਲਨੇ ਪੇ ਹੀ ਇਹ ਅਵਸਥਾਵਾਂ ਮਿਲਦੀਆਂ ਹੈ। ਮਨ ਨੂੰ ਜਦੋਂ ਸਹਿਜਦੂ ਨੂੰ ਸੁਣਦਿਆ ਹੋਵੇ, ਸਦੋਗੁਣੀ ਹਟ ਤੋਂ ਵਿਚਰਦਾ ਹੋਵੇ, ਜਤ ਸਤ ਦਇਆ ਨਿਮਰਤਾ ਦੇ ਵਿੱਚ ਰਹਿੰਦਾ ਹੋਵੇ, ਸਰਬੱਤ ਦਾ ਭਲਾ ਮੰਗਦਾ ਹੋਵੇ, ਤੇ ਕਿੰਨੇ ਸਾਧੂ ਹੈ। ਨਾਮ ਦੇ ਰਾਹੀਂ ਵਿਚਰਦਾ ਹੋਵੇ, ਹੁਕਮ ਦੇ ਵਿੱਚ ਵਿਚਰਦਾ ਹੋਵੇ, ਨਾਮ ਦੀ ਪਛਾਣ ਹੋਵੇ, ਨਾਮ ਧਨ ਕੋਲ ਹੋਵੇ, ਤੇ ਕਹਿੰਦੇ ਸੰਤ ਹੈ। ਲੇਕਿਨ ਜੇ ਹਉਮੈ ਦੇ ਵਿੱਚ ਵਿਚਰਦਾ ਹੋਵੇ, ਤ੍ਰੈ ਗੁਣਾ ਦੇ ਸੰਗ ਰਹਿੰਦਿਆਂ ਹੋਇਆਂ ਮਾਇਆਵੀ ਕੋੜ ਨੂੰ ਇਕੱਠਾ ਕਰਦਾ ਰਹਿੰਦਾ ਹੋਵੇ, ਇਹਦੇ ਨਾਲ ਇਹਦੇ ਤੱਕ ਹੀ ਸੀਮਿਤ ਹੋਵੇ, ਤੇ ਮਹਾਰਾਜ ਭੇਜਦੇ ਰਹੇ ਨਾ ਉਹ ਸਾਧੂ ਹੋ ਸਕਦਾ, ਨਾ ਉਹ ਸੰਤ, ਨਾ ਗੁਰਮੁਖ, ਨਾ ਬ੍ਰਹਮ ਗਿਆਨੀ। ਉਹ ਨਹੀਂ ਹੋ ਸਕਦਾ। ਖੇਡ ਵਰਤੀ ਦੀ ਆ। ਬਾਹਰੋਂ ਦਾ ਕਿੰਨਾ ਹੀ ਸੋਹਣਾ ਲਿਵਾਜ ਪਾਈ ਫਿਰੋ, ਮਹਾਰਾਜ ਕਹਿ ਰਹੇ ਲਿਵਾਜ ਦਾ ਅਕਾਲ ਪੁਰਖ ਨੇ ਅੰਦਰ ਵਾਲਾ ਦੇਖਣਾ ਹੈ ਕਿ ਸਿਫਤ ਸਲਾਹ ਦਾ ਪਾ ਰੱਖਾ ਹੈ, ਅੰਮ੍ਰਿਤ ਰਸ ਪੀਂਦੀ ਆ, ਸਹਿਜ ਦੇ ਵਿੱਚ ਰਹਿੰਦੀ ਹੈ, ਥਿਰ ਘਟ ਤੋਂ ਬੈਠਦੀ ਆ, ਜਾਂ ਕਿਸੇ ਹੋਰ ਦੀ ਉਡੀਕ ਕਰਦੀ ਹੈ। ਜੇ ਕਿਸੇ ਹੋਰ ਦੀ ਉਡੀਕ ਕਰਦੀ ਹੈ ਤੇ ਮਾਲਿਕ ਨੇ ਨਹੀਂ ਆਨੰਦ ਨੂੰ ਮਿਲਣ। ਕਹਿੰਦੇ ਦੁਰਜਨ ਸੇਤੀ ਨੇਹੋ ਲਾਇਆ, ਦਰਸ ਬਿਖਾਵੇਂ ਕਾਹੀ। ਕਹਿੰਦੇ ਪਰਾਇਆ ਤੋਂ ਸੰਗ ਕਰਦੀ ਫਿਰਦੀ ਆ, ਤੇ ਫੇਰ ਅਕਾਲ ਪੁਰਖ ਜੀ ਨੇ ਕਿਵੇਂ ਆ ਜਾਣਾ ਮਿਲਣੇ? ਸਾਰਾ ਕੁਝ ਛੱਡਣਾ ਪਊਗਾ। ਇਹ ਕਾਲ ਨੂੰ ਜਿਹੜਾ ਜਿਹਦਾ ਇਹ ਸੰਗ ਕਰਦੀ ਹੈ ਪੰਜ ਦੂਤਾਂ ਦਾ, ਜੁਗਾਂ ਜੁਗਾਂ ਤੋਂ ਕਰ ਰਹੀ ਆ। ਨਾ ਚਾਹੁੰਦੇ ਹੋਇਆਂ ਵੀ ਦੁਬਿਧਾ ਕਰਦੀ ਆ, ਨਾ ਚਾਹੁੰਦੇ ਹੋਇਆਂ ਨਫ਼ਰਤ ਕਰਦੀ ਆ, ਨਿੰਦਾ ਚੁਗਲੀ ਕਰਦੀ ਆ, ਈਰਖਿਆ ਕਰਦੀ ਆ। ਜਿੰਦ ਨਾ ਚਾਹੁੰਦੇ ਹੋਇਆਂ ਵੀ ਕਰਦੀ ਹੈ ਤੇ ਮਨ ਇਹ ਉਸ ਟਾਈਮ ਸਮਝ ਜਾਣਾ ਹੈ ਕਿ ਮਹਾਰਾਜ ਦੇ ਬਚਨਾਂ ਤੋਂ ਪਹਿਰਾ ਅੱਜ ਤੱਕ ਨੇ ਦਿੱਤਾ ਹੀ ਨਹੀਂ, ਨਾ ਹੀ ਮਹਾਰਾਜ ਦੇ ਬਚਨਾਂ ਨੂੰ ਸੱਤ ਵਚਨ ਕਰਿਆ। ਇਹ ਆਪ ਮਹਾਰਾਜ ਨੇ ਭੇਦ ਦਿਆ ਨਾ, ਬਿਨ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾ ਤੋਂ ਭਗਤੀ ਨਹੀਂ ਕੀਤੀ ਜਾ ਸਕਦੀ। ਭਗਤੀ ਚੌਥੇ ਪਦ ਦੇ ਵਿੱਚ ਹੋਊਗੀ, ਲੇਕਿਨ ਚੌਥੇ ਪਦ ਦੇ ਵਿੱਚ ਉਹੀ ਸੁਰਤ ਜਾਊਗੀ ਜਿਹੜੀ ਵਿਚਾਰਾਂ ਤੋਂ ਰਹਿਤ ਹੋਊਗੀ। ਜਿੰਨੀ ਦੇਰ ਇਹ ਇਹਨਾਂ ਤੋਂ ਉੱਪਰ ਨਹੀਂ ਉੱਠਦੀ, ਗੁਣਾ ਦਾ ਚੇਤਾ ਨਹੀਂ ਕਰਦੀ, ਉਨੀ ਦੇਰ ਨਹੀਂ ਜਾ ਸਕਦੀ। ਇਸ ਕਰਕੇ ਆਪਾਂ ਅਕਾਲ ਪੁਰਖ ਜੀ ਦਾ ਸ਼ਰੰਗਾਰ ਕਰੋ, ਹਿਰਦੇ ਤੇ ਕਰੋ। ਅੰਦਰੋਂ ਸ਼ਰੰਗਾਰ ਹੋ ਗਿਆ ਤੇ ਮਾਲਿਕ ਆਪ ਸਾਨੂੰ ਲੈਣ ਆਏਂਗੇ, ਆਪ ਹੀ ਸਾਨੂੰ ਛੁਡਾਏਂਗੇ। ਅਕਾਲ ਪੁਰਖ ਪ੍ਰਮਾਤਮਾ ਜੀ ਨੇ ਸਾਨੂੰ ਸੰਗਤ ਦਿੱਤੀ ਆ, ਆਪਾਂ ਅੰਦਰੋਂ ਧਾਰਨ ਕਰੋ, ਬਾਹਰ ਤੇ ਨਹੀਂ, ਅੰਦਰ। ਬਾਹਰੋਂ ਤਾਂ ਇਹ ਲਿਵਾਜ ਆਪਾਂ ਦੇਹੀ ਤੋਂ ਪਾਈ ਰੱਖਾ ਹੈ। ਆਪਣੀ ਸੁਰਤ ਨੂੰ ਸਵਾਰੋ, ਆਪਣੀ ਸੁਰਤ ਨੂੰ ਉਦਾਂ ਦੀ ਬਣਾਓ ਜਿੱਦਾਂ ਦੀ ਮਾਲਿਕ ਨੂੰ ਪਸੰਦ ਆ ਜਾਵੇ। ਝੂਠ ਨਾ ਬੋਲੇ, ਨਿੰਦਾ ਚੁਗਲੀ ਨਾ ਕਰੇ, ਦੁਬਿਧਾ ਨਾ ਕਰੇ, ਕ੍ਰੋਧ ਨਾ ਕਰੇ। ਇਹ ਨਾ ਕਰੇ, ਇਹ ਅਵਸਥਾਵਾਂ ਦੇ ਵਿੱਚ ਜਾਵੇ ਹੀ ਨਾ। ਫੇਰ ਸਮਝ ਲਓ ਕਿ ਅਕਾਲ ਪੁਰਖ ਪ੍ਰਮਾਤਮਾ ਜੀ ਨੂੰ ਜ਼ਰੂਰ ਭਾਊਗੀ, ਆਪ ਮਾਲਿਕ ਨੂੰ ਲੈਣ ਆਏਂਗੇ। ਨਾਲ ਦੇ ਨਾਲ ਉਹਨੂੰ ਨਾਲ ਦੇ ਨਾਲ ਇਹ ਗੁਰਮੰਤਰ ਦੇ ਰਾਹੀਂ ਧਿਆਨਦੀ ਵੀ ਰਹੇ, ਜਿਹੜੀ ਜਨਮ ਜਨਮਾਂ ਦੀ ਲੱਗੀ ਹੋਈ ਮੈਲ ਆ ਉਹਨੂੰ ਸ਼ਬਦ ਦੇ ਰਾਹੀਂ ਸਾਫ਼ ਕਰਦੀ ਰਹੇ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਇਹ ਮਿਲਾਪ ਦਾ ਰਸਤਾ ਦੱਸ ਰਹੇ ਮਹਾਰਾਜ। ਜਾ ਤੋ ਪ੍ਰਭ ਮਿਲਣ ਕਾ ਚਾਓ,
ਸਰਦਾਰ ਤਲੀ ਗਲੀ ਮੇਰੀ ਆਓ। ਇਹਦੇ ਵਿੱਚ ਬਿਰਲੇ ਜਾਏਂਗੇ ਬਿਰਲੇ, ਬਹੁਤੀਆਂ ਭੀੜਾਂ ਨਹੀਂ ਲੱਗਣੀਆਂ, ਬਿਰਲੇ ਬਿਰਲੇ ਜਾਏਂਗੇ। ਕਿਉਂ? ਔਖਾ ਮਾਰਗ ਹੈ। ਆਪਾਂ ਵਿਚਾਰ ਕਰਦੇ ਹਾਂ ਕਿ ਫੇਰ ਵੀ ਦੁਬਿਧਾ ਆਈ ਜਾਂਦੀ ਹੈ, ਫੇਰ ਵੀ ਨਿੰਦਾ ਹੋ ਹੀ ਜਾਂਦੀ। ਇਹ ਵਿਚਾਰ ਅਸੀਂ ਇਸ ਕਰਕੇ ਕਰ ਰਹੇ ਕਿਉਂਕਿ ਅਕਥ ਕਹਾਣੀ ਦੇ ਵਿੱਚੋਂ ਦਰ ਤੇ ਬੈਠਣ ਦੇ ਭੇਦ ਸਾਨੂੰ ਦਿੱਤਾ ਜਾਂਦਾ ਹੈ, ਲੇਕਿਨ ਸਾਥ ਦੇ ਸਾਥ ਸਾਨੂੰ ਇਹ ਵੀ ਦੱਸਿਆ ਜਾਂਦਾ ਹੈ ਜਿੰਨੀ ਦੇਰ ਗੁਣਾ ਦਾ ਚੇਤਾ ਨਹੀਂ ਕਰ ਲੈਂਦੇ ਉਨੀ ਦੇਰ ਸਿਮਰਨ ਪ੍ਰਵਾਨ ਨਹੀਂ ਹੋਣਾ। ਅਸੀਂ 100 ਰੁਪਏ ਦੀ ਕਮਾਈ ਕੀਤੀ ਆ ਤੇ 1000 ਰੁਪਏ ਖਰਚ ਕਰ ਦਈਏ। 1000 ਰੁਪਏ ਖਰਚ ਕਰਨ ਦਾ ਭਾਵ ਕਿ ਸਾਨੇ 1 ਘੰਟਾ ਸਿਮਰਨ ਕੀਤਾ, 2 ਘੰਟੇ ਕੀਤਾ, 10 ਘੰਟੇ ਕੀਤਾ ਤੇ ਨਾਲ ਦੇ ਨਾਲ ਬਾਕੀ ਘੰਟਾ ਦੇ ਵਿੱਚ ਬਾਕੀ ਸਵਾਸਾ ਰੂਪੀ ਧਨ ਦੇ ਵਿੱਚ ਦੁਬਿਧਾ ਦੇ ਵਿਚਾਰ ਆ ਗਏ, ਨਫ਼ਰਤ ਦੇ, ਨਿੰਦਾ ਚੁਗਲੀ ਦੇ। ਮਹਾਰਾਜ ਕਹਿੰਦੇ ਫੇਰ ਲੱਗੀ ਹੋਈ ਜੁੱਗਾ ਜੁੱਗਾ ਦੀ ਮੈਲ ਤਾਂ ਕੀ ਜਾਂਦੀ, ਨਾਲ ਦੇ ਨਾਲ ਜਿਹੜੀ ਰੋਜ਼ ਲੱਗਦੀ ਆ ਉਹ ਵੀ ਸਾਫ਼ ਨਹੀਂ ਹੁੰਦੀ। ਤੇ ਕਹਿੰਦੇ ਫੇਰ ਥਿਰ ਅਵਸਥਾ ਕਿੱਦਾਂ ਬਣੂਗੀ, ਫੇਰ ਆਨੰਦ ਕਿਵੇਂ ਆਊਗਾ, ਫੇਰ ਅੰਮ੍ਰਿਤ ਰਸ ਕਿਉਂ ਮਿਲੂਗਾ? ਕਹਿੰਦੇ ਤਬ ਮਿਲੂਗਾ ਜਦੋਂ ਸੰਤ ਕਾ ਮਾਰਗ ਧਰਮ ਕੀ ਪੌੜੀ, ਕਹਿੰਦੇ ਜਦੋਂ ਏਦਾਂ ਵਿਚਰੂਗੀ ਫੇਰ ਅੰਮ੍ਰਿਤ ਰਸ ਪੀ ਸਕਦੀ ਆ, ਰੱਜ ਰੱਜ ਕੇ ਪੀ ਸਕਦੀ ਆ। ਲੇਕਿਨ ਆਪਣੇ ਘਰ ਦੀ ਸਾਫ਼ ਸਫਾਈ ਅੰਦਰੋਂ, ਇਹ ਮਨ ਦਾ ਜਿਹੜਾ ਇੱਕ ਦੇਹੀ ਹੈ, ਇਹਦੇ ਵਿੱਚ ਜਿਹੜਾ ਮਨ ਬੱਚੇ ਨੇ ਕੀਤੀ ਹੋਈ ਕਮਾਈ ਹੈ ਤ੍ਰੈ ਗੁਣਾ ਦੀ, ਉਹਨੂੰ ਸ਼ਬਦ ਦੇ ਰਾਹੀਂ ਸਾਫ਼ ਕਰੋ। ਮਨ ਨੂੰ ਜਿਹੜੀ ਮੈਲ ਲੱਗੀ ਹੋਈ ਆ, ਇਹ ਮਹਾਰਾਜ ਭੇਦ ਹੈ। ਜਿੰਨੀ ਦੇਰ ਮਨ ਇੰਨੀ ਬਰੀਕੀ ਦੇ ਵਿੱਚ ਨਹੀਂ ਜਾਂਦਾ ਉਨੀ ਦੇਰ ਥਿਰ ਘਰ ਤੋਂ ਬੈਠਣਾ ਔਖਾ ਹੈ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਹੈ ਜੀ ਸਾਰੇ ਹੀ ਪਰਿਵਾਰ ਨੇ। ਆਪਾਂ ਵੱਧ ਤੋਂ ਵੱਧ ਪਰਿਵਾਰ ਦੇ ਵਿੱਚ ਬੈਠੋ, ਗੁਰਮੰਤਰ ਦ੍ਰਿੜ ਕਰੋ, ਨਾਲ ਦੇ ਨਾਲ ਜਿਹੜਾ ਮਹਾਰਾਜ ਆਪਾਂ ਨੂੰ ਭੇਜਦੇ ਨੇ ਸਿਮਰਨ ਅਭਿਆਸ ਤਾਂ ਆਪਣੇ ਨਾਲ ਦੇ ਨਾਲ ਕਰਦੇ ਹੀ ਚਲੋ। ਨਾਲ ਦੇ ਨਾਲ ਜਦੋਂ ਪਰਿਵਾਰਾਂ ਦੇ ਵਿੱਚ ਵਿਚਰਦੇ ਇਹ ਧਿਆਨ ਰੱਖਣਾ ਵੀ ਕਾਲ ਕਿਵੇਂ ਕਿੱਦਾਂ ਵਿਚਰਦਾ ਹੈ ਤੇ ਉਹਦੇ ਨਾਲ ਕਿੱਦਾਂ ਵਿਚਰਨਾ ਸਿੱਖਣਾ ਹੈ। ਇਹ ਗੁਰਮਤਿ ਦੇ ਰਾਹੀਂ ਖੇਡਣਾ ਸਿੱਖੋ। ਆਪਾਂ ਸਿਮਰਨ ਵੀ ਕੀਤੇ ਜਾਣਾ ਤੇ ਨਾਲ ਦੇ ਨਾਲ ਪਰਾਏ ਆਕਾਰ ਨੂੰ ਦੇਖਦਿਆਂ ਹੋਇਆਂ, ਉਹਨੂੰ ਸੱਚ ਮੰਨਦਿਆਂ ਹੋਇਆਂ, ਉਹਦੇ ਪ੍ਰਤੀ ਦੁਬਿਧਾ, ਉਹਦੀ ਨਿੰਦਾ, ਉਹਦੀ ਚੁਗਲੀ, ਉਹਦੇ ਪ੍ਰਤੀ ਕ੍ਰੋਧ, ਬਹੁਤ ਸਾਰੀ ਇਹੋ ਜਿਹੀਆਂ ਜਿਹੜਾ ਜੀਵ ਵਿਚਰਦਾ ਉਹਨੂੰ ਭੁਲੇਖਾ ਪਿਆ ਹੋਇਆ ਹੈ। ਉਹ ਕਹਿੰਦਾ ਇਹ ਪਰਿਵਾਰ ਆ, ਕਹਿੰਦੇ ਪਰਿਵਾਰ ਤੇ ਮਿੱਟੀ ਦੇ ਪੁਤਲੇ ਹੈ, ਵਿੱਚ ਜੋਤ ਆ ਤੇ ਵਿੱਚ ਕਾਲ ਵਿਚਰਦਾ ਹੈ। ਏਦਾਂ ਦੀ ਖੇਡ ਬਣੀ ਹੋਈ ਹੈ, ਇਹਨੂੰ ਸਮਝੋ, ਸਮਝ ਕੇ ਖੇਡੋ ਜੇ ਆਪਣਾ ਖਜ਼ਾਨਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ। ਆਪਾਂ ਜੇ ਅੰਮ੍ਰਿਤ ਰਸ ਪੀਣਾ ਚਾਹੁੰਦੇ ਹਾਂ ਤਾਂ। ਔਰ ਇਹ ਬਿਰਤੀ ਦੇ ਵਿੱਚ ਘਰ ਦੇ ਵਿੱਚ, ਘਰ ਤੋਂ ਬਾਹਰ ਵੀ, ਜਿੱਥੇ ਵੀ ਜਾਓ, ਇੱਕ 5 ਤੱਤਵਾਂ ਦੀ ਦੇਹੀ ਹੈਗੀ ਆ, ਮਾਇਆ ਵੀ 5 ਤੱਤਵਾਂ ਦੀ, ਵਿੱਚ ਅਕਾਲ ਪੁਰਖ ਜੀ ਦੀ ਜੋਤ ਹੈ, ਬੱਚਾ ਜਿਹੜਾ ਹੈ ਮਨ ਬੱਚਾ, ਤੇ ਵਿੱਚ ਉਹ 5 ਵੀ ਬਸਦੇ ਹੈ। ਇਸ ਦੇਹੀ ਮੈਂ 5 ਚੋਰ ਵਸੈ, ਉਹ ਵੀ ਬਸਦੇ ਹੈ। ਉਹਨਾਂ ਦੇ ਨਾਲ ਖੇਡ ਨੂੰ ਖੇਡ ਕੇ ਦਿਖਾਓ। ਆਕਾਰਾਂ ਨੂੰ ਨਾ ਦੇਖਣਾ ਆਪਾਂ ਨੇ, ਇਹ ਮੇਰਾ ਭੈਣ ਹੈ, ਮੇਰੇ ਭਰਾ ਹੈ, ਜਾਂ ਮੇਰੀ ਗੁਰਮੁਖ ਹੈ, ਇਹ ਮੇਰੇ ਉਹ ਹੈ, ਮੇਰੇ ਉਹ ਨਹੀਂ 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 ਨਹੀਂ, ਇਹ ਭੁਲੇਖਾ ਹੈ। ਇਹ ਆਕਾਰ ਹੈ, ਮਾਲਿਕ ਦੀ ਜੋਤ ਆ ਤੇ ਉਹ ਪੰਜਾ, ਉਹਨੂੰ ਪੰਜਾਂ ਦੇ ਸਾਥ ਹੀ ਤੁਹਾਨੂੰ ਖੇਡ ਨੂੰ ਫਤਿਹ ਕਰਨਾ ਹੈ। ਬਸ ਹਰ ਜਗ੍ਹਾ ਉਹ 5 ਮਿਲेंगे, ਆਕਾਰ ਨਹੀਂ ਦੇਖਣਾ। ਪੰਜਾਂ ਤੋਂ ਜਿਹੜਾ ਫਤਿਹ ਪਾ ਗਿਆ, ਕਹਿੰਦੇ ਮਨ ਜੀਤਾ ਜਗਜੀਤ, ਕਹਿੰਦੇ ਉਹ ਫਤਿਹ ਪਾ ਗਿਆ। ਉਹਨੂੰ ਅਲੱਗ ਅਲੱਗ ਹਰ ਇੱਕ ਜੀਵ ਤੋਂ ਫਤਿਹ ਪਾਉਣ ਦੀ ਜ਼ਰੂਰਤ ਨਹੀਂ। ਇਹ ਦ੍ਰਿਸ਼ਟਮਾਨ ਇਲਾਕੇ ਦੇ ਵਿੱਚ ਉਹ 5 ਹੀ ਵਿਚਰ ਰਹੇ ਹੈ। ਪੰਜਾਂ ਤੋਂ ਫਤਿਹ ਜਿਹਨੇ ਪਾ ਲਈ ਉਹਨੇ ਸੰਸਾਰ ਨੂੰ ਜੀਤ ਲਿਆ। ਕਿਉਂਕਿ ਇੱਥੇ ਦੇ ਉਹ ਜਿਹੜੇ ਮਹਾਬਲੀ ਹੈ ਉਹ 5 ਹੀ ਹੈ। ਉਹੀ ਸਾਰੇ ਸੰਸਾਰ ਦੇ ਵਿੱਚ ਜੀਵਾਂ ਦੇ ਵਿੱਚ ਧੱਕਾ ਕਰੀ ਫਿਰਦੇ ਹੈ। ਆਪਾਂ ਕਿਵੇਂ ਕਿ ਇਹਦੇ ਲਈ ਆਪਾਂ ਏਦਾਂ ਦੇ ਬਣ ਜਾਓ, ਇਹਦੇ ਲਈ ਏਦਾਂ ਦੇ ਨਹੀਂ। ਪੰਜਾਂ ਤੋਂ ਫਤਿਹ ਪਾ ਲਓ, ਅੰਦਰ ਜਾ ਕੇ ਸਾਰੇ ਸੰਸਾਰ ਤੋਂ ਫਤਿਹ ਹੋ ਗਏ। ਬਸ ਏਦਾਂ ਮਹਾਰਾਜ ਖੇਡ ਸਮਝਾ ਰਹੇ ਆਪਾਂ ਨੂੰ। ਤੇ ਪਰਿਵਾਰਾਂ ਦੇ ਵਿੱਚੋਂ ਵੀ ਹਰ ਜਗ੍ਹਾ ਜਿੱਥੇ ਵੀ ਆਪਾਂ ਜਾਣੇ, ਇਹ ਦੁਬਿਧਾ ਤੋਂ, ਨਫ਼ਰਤ ਤੋਂ, ਨਿੰਦਾ ਚੁਗਲੀ ਈਰਖਿਆ, ਇਹਨਾਂ ਤੋਂ ਆਪਾਂ ਉੱਪਰ ਉਠੋ, ਕਿਉਂਕਿ ਅਕਾਲ ਦੀ ਖੇਡ ਆ। ਜੇ ਅੰਮ੍ਰਿਤ ਰਸ ਪੀਣਾ ਹੈ ਤਾਂ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਹੈ ਜੀ ਗੁਰਮੁਖ ਪਿਆਰਿਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਦੇ ਵਿੱਚੋਂ ਵਿਚਾਰ ਕੀਤੀ ਆ। ਵਾਹਿਗੁਰੂ ਜੇ ਵਿਚਾਰ ਕਰਦਿਆਂ ਹੋਇਆ ਸਾਥੋਂ ਕੋਈ ਸ਼ਬਦ ਗੁਰਬਾਣੀ ਗੁਰੂ ਦਾ ਅੱਗੇ ਪਿੱਛੇ ਬੋਲਾ ਗਿਆ ਹੋ, ਆਪ ਤੇ ਗੁਰੂ ਸਾਹਿਬ ਗੁਰਮੁਖ ਪਿਆਰਿਓ ਬਖਸ਼ਣ ਯੋਗ ਹੋ, ਵਾਹਿਗੁਰੂ ਬਖਸ਼ ਦੇਣਾ ਜੀ।
ਸਾਰਾ ਹੀ ਪਰਿਵਾਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।